ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਟੈਲੀਵਿਜ਼ਨ ਤੇ ਬਹਿਸ ਲਈ ਹਰ ਹਫਤੇ ਸਾਡੇ ਸਿਆਸੀ ਨੇਤਾ ਇੱਕ ਤੋਂ ਵੱਧ ਕੇ ਇੱਕ ਜੁਮਲੇ ਸਪਲਾਈ ਕਰਦੇ ਰਹਿੰਦੇ ਨੇ। ਮੁੱਦਿਆਂ ਦੀ ਕੋਈ ਕਮੀ ਨਹੀਂ। ਇਸ ਲਈ ਇਹ ਫੈਸਲਾ ਕਿਸੇ ਚਰਚਾ ਲਈ ਬੜਾ ਮਹੱਤਵਪੂਰਨ ਹੁੰਦਾ ਹੈ ਕਿ ਤੁਸੀਂ ਕਿਹੜਾ ਮੁੱਦਾ ਚੁਣਦੇ ਹੋ ਬਹਿਸ ਲਈ। ਮੈਨੂੰ ਪਤਾ ਹੈ 4 ਘੰਟੇ ਪ੍ਰਧਾਨ ਮੰਤਰੀ ਬੋਲੇ ਨੇ ਪਾਰਲੀਮੈਂਟ ਵਿੱਚ ਇਸ ਹਫਤੇ। ਮੈਨੂੰ ਪਤਾ ਹੈ ਕਿ ਹਵਾਈ ਜਹਾਜ਼ਾਂ ਦੀ ਖਰੀਦ ਵਿੱਚ ਘੁਟਾਲੇ ਦੀ ਗੱਲ ਕਹਿ ਰਹੇ ਨੇ ਰਾਹੁਲ ਗਾਂਧੀ ਤੇ ਤੂ ਮੈਂ ਵਾਲੇ ਇਸ ਡਿਬੇਟ ਦਾ ਬੜਾ ਲੁਤਫ ਹੁੰਦਾ। ਪਰ ਮੇਰੀ ਬਹੁਤ ਮੁਆਜ਼ਰਤ ਨਾਲ ਤੁਹਾਨੂੰ ਦਰਖਾਸਤ ਹੈ ਕਿ ਮੈਂ ਇੱਕ ਪੁਰਾਣੇ ਮੁੱਦੇ ਉੱਤੇ ਹੀ ਵਾਪਸ ਜਾ ਰਿਹਾ। ਇਸ ਸਾਲ ਦੇ ਬਜਟ ਵਿੱਚ ਐਲਾਨੀ ਗਈ ਨੈਸ਼ਨਲ ਹੈਲਥ ਪ੍ਰੋਟੈਕਸ਼ਨ ਸਕੀਮ ਗੱਲ ਸਿਰਫ ਇਹ ਨਹੀਂ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਸਰਕਾਰੀ ਪੈਸੇ ਨਾਲ ਫੰਡਡ ਸਿਹਤ ਯੋਜਨਾ ਹੈ। 40% ਜਨਸੰਖਿਆ ਨੂੰ ਕਵਰ ਕਰੇਗੀ, 10 ਕਰੋੜ ਪਰਿਵਾਰਾਂ ਨੂੰ, 50 ਕਰੋੜ ਲੋਕਾਂ ਨੂੰ, ਬਲਕਿ ਬਾਕੀ ਦੀ ਸਾਰੀ ਸਿਹਤ ਵਿਵਸਥਾ ਦਾ ਢਾਂਚਾ ਕਿਹੋ ਜਿਹਾ। ਮੁੱਦਾ ਪੁਰਾਣਾ ਇਸ ਲਈ ਹੈ ਕਿ ਯੂਨੀਵਰਸਲ ਹੈਲਥ ਕਵਰੇਜ ਦਾ ਜੁਮਲਾ ਪਹਿਲੀ ਵਾਰੀ ਸੋਚੋ ਕਿੰਨਾ ਕੁ ਪੁਰਾਣਾ ਸੀ, 1943 ਵਿੱਚ ਉਛਾਲਿਆ ਗਿਆ ਸੀ ਜਿਸ ਵੇਲੇ ਭੋਰੇ ਕਮੇਟੀ ਰਿਪੋਰਟ ਆਈ ਸੀ। ਟਾਰਗੇਟ ਅੱਜ ਵੀ ਉਹੀ ਹੈ ਸਾਡਾ 1943 ਵਾਲਾ। ਹੁਣ ਕਿਉਂ ਜੋ ਸਿਹਤ ਦਾ ਮਾਮਲਾ ਸਿਆਸਤ ਦੇ ਪੇੜ ਵਿੱਚ ਆ ਗਿਆ ਤੇ ਸ਼ੁਕਰ ਹੈ ਕਿ ਇਹ ਵੀ ਦਿਨ ਦੇਖਿਆ ਦੇਸ਼ ਨੇ। ਇਸ ਲਈ ਤੁਹਾਡੇ ਨਾਲ ਇਸ ਚਰਚਾ ਨਾਲ ਹਾਜ਼ਰ ਹਾਂ। ਸਾਡੇ ਨਾਲ ਜੁੜ ਰਹੇ ਨੇ ਡਾਕਟਰ ਪਿਆਰੇ ਲਾਲ ਗਰਗ ਜੀ। ਡਾਕਟਰ ਪਿਆਰੇ ਲਾਲ ਗਰਗ ਜੀ ਦੇਸ਼ ਦੀਆਂ ਸਿਹਤ ਸੇਵਾਵਾਂ ਦੇ ਨਾਲ ਜੁੜੀਆਂ ਪਾਲਿਸੀਆਂ ਦੇ ਵਿਸ਼ਲੇਸ਼ਕ ਨੇ ਤੇ ਪੰਜਾਬ ਦੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ ਰਜਿਸਟਰਾਰ ਰਹੇ ਨੇ। ਇਸੇ ਯੂਨੀਵਰਸਿਟੀ ਦੇ ਥੱਲੇ ਪੰਜਾਬ ਦੇ ਉਹ ਸਾਰੇ ਬੱਚੇ ਡਾਕਟਰੀ ਦੀ ਸਿੱਖਿਆ ਹਾਸਲ ਕਰਦੇ ਨੇ ਜਿਹੜੇ MBBS ਦਾ ਬੋਰਡ ਬਾਹਰ ਲਗਾ ਕੇ ਤੁਹਾਡੀ ਸਿਹਤ ਸੇਵਾ ਦਾ ਧਿਆਨ ਰੱਖਦੇ ਨੇ। ਸਾਡੇ ਨਾਲ ਜੁੜ ਰਹੇ ਨੇ ਡਾਕਟਰ ਮਨਮੀਤ ਕੌਰ ਜੀ। ਡਾਕਟਰ ਮਨਮੀਤ ਕੌਰ ਜੀ ਸੋਸ਼ਲ ਸਾਇੰਸਿਸ ਦੇ ਪਿੜ ਵਿੱਚੋਂ ਆਉਂਦੇ ਨੇ। ਹੈਲਥ ਪ੍ਰਮੋਸ਼ਨ ਤੇ ਇਹਨਾਂ ਦੀ ਐਕਸਪਰਟਾਈਜ਼ ਹੈ। ਇਹ PGI ਦੇ ਸਕੂਲ ਆਫ ਪਬਲਿਕ ਹੈਲਥ ਦੇ ਨਾਲ ਵਾਬਸਤਾ ਨੇ। ਤੇ ਸਾਡੇ ਨਾਲ ਜੁੜ ਰਹੇ ਨੇ PGI ਦੇ ਇਸੇ ਸਕੂਲ ਆਫ ਪਬਲਿਕ ਹੈਲਥ ਤੋਂ ਡਾਕਟਰ ਸ਼ੰਕਰ ਪ੍ਰਿੰਜਾ ਜੀ। ਡਾਕਟਰ ਸ਼ੰਕਰ ਪ੍ਰਿੰਜਾ ਜੀ ਖਾਸ ਤੌਰ ਤੇ ਹੈਲਥ ਦੀ ਜਿਹੜੀ ਆਰਥਿਕਤਾ ਹੈ, ਹੈਲਥ ਇਕਨੋਮਿਕਸ, ਇਸ ਪਿੜ ਦੇ ਨਾਲ ਸੰਬੰਧ ਰੱਖਦੇ ਨੇ। ਇੱਕ ਲੰਬਾ ਸਮੇਂ ਤੋਂ ਇਹ ਨਜਿੱਠ ਰਹੇ ਨੇ ਬੀਮਾ ਪਾਲਿਸੀਆਂ ਹੈਲਥ ਦੇ ਵਿੱਚ ਕਿਵੇਂ ਕੰਮ ਕਰਦੀਆਂ ਨੇ, ਯੂਨੀਵਰਸਲ ਹੈਲਥ ਕਵਰੇਜ ਦੀ ਫੰਡਿੰਗ ਕਿਵੇਂ ਹੁੰਦੀ ਹੈ, ਆਰਥਿਕ ਨੀਤੀਆਂ ਤੇ ਹੈਲਥ ਦੇ ਮੁੱਦੇ ਆਪਸ ਵਿੱਚ ਕਿਵੇਂ ਇੰਟਰਸੈਕਟ ਕਰਦੇ ਨੇ, ਇਸ ਨੂੰ ਬੜੀ ਨੇੜਿਓਂ ਦੇਖਦੇ ਨੇ। ਪਰ ਡਾਕਟਰ ਪਿਆਰੇ ਲਾਲ ਗਰਗ ਜੀ ਇਹ ਜਿਹੜੀ NHPS ਹੈ ਜਿਹੜੀ ਵੱਡੀ ਯੋਜਨਾ ਹੈ, ਇੱਕ ਤਾਂ ਇਹਦੇ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਯੋਜਨਾ, ਓਬਾਮਾ ਕੇਅਰ ਤੋਂ ਵੀ ਵੱਡੀ ਯੋਜਨਾ। ਆਫ ਕੋਰਸ ਸਾਡਾ ਮੁਲਕ ਇੰਨਾ ਵੱਡਾ, ਜਨਸੰਖਿਆ ਇੰਨੀ ਵੱਡੀ ਹੈ, ਕੋਈ ਵੀ ਯੋਜਨਾ ਜਿਹੜੀ ਹੈ ਸਭ ਤੋਂ ਵੱਡੀ ਯੋਜਨਾ ਹੀ ਹੁੰਦੀ। ਇਹਦੀ ਸਾਰਥਕਤਾ ਕੀ ਹੈ? ਕਿਉਂਕਿ 2 ਗੱਲਾਂ ਬੜੀਆਂ ਸਾਫ਼ ਨੇ। ਪਹਿਲੀ ਕਿ ਟਾਰਗੇਟ ਦੇ ਤੌਰ ਦੇ ਉੱਤੇ ਤਾਂ ਇਹ ਬਹੁਤ ਖੂਬਸੂਰਤ ਯੋਜਨਾ। ਇਹ ਠੀਕ ਹੈ ਕਿ ਯੂਨੀਵਰਸਲ ਹੈਲਥ ਕਵਰੇਜ ਨੂੰ ਇਹ ਪੂਰੀ ਤਰ੍ਹਾਂ ਨਹੀਂ ਮੰਨਦੀ ਹੈ, ਇਹ 40% ਜਨਸੰਖਿਆ ਨੂੰ ਕਵਰ ਕਰਦੀ ਹੈ, ਪਰ ਇਹ ਅਤ ਗਰੀਬ ਨੂੰ, ਨਿਮਨ ਮੱਧ ਵਰਗੀ ਗਰੀਬ ਨੂੰ ਕਵਰ ਕਰਦੀ ਹੈ। ਉਹਨਾਂ ਦੀ ਜਿਹੜੀ ਇਨ ਪੇਸ਼ੈਂਟ ਜਿਹੜਾ ਖਰਚਾ, ਜਦੋਂ ਹਸਪਤਾਲ ਦੇ ਵਿੱਚ ਮਰੀਜ਼ ਚਲਾ ਜਾਂਦਾ ਉਸ ਵੇਲੇ ਖਰਚੇ ਬਹੁਤ ਵੱਧਦੇ ਨੇ ਤੇ ਉਹ ਪ੍ਰਾਈਵੇਟ ਤੋਂ ਇਲਾਜ ਕਰਾਵੇ ਜਾਂ ਸਰਕਾਰੀ ਤੋਂ ਇਲਾਜ ਕਰਾਵੇ ਉਹਨੂੰ ਉਹ 5 ਲੱਖ ਤੱਕ ਕਵਰ ਕਰਦੀ ਹੈ, ਵਿੱਚ ਮੀਨਸ ਬਹੁਤ ਸਾਰੀਆਂ ਬਿਮਾਰੀਆਂ ਕਵਰ ਹੋ ਜਾਂਦੀਆਂ ਨੇ। ਤੇ ਜੇ ਰੌਲਾ ਸਿਰਫ ਬਜਟ ਦਾ ਹੈ ਕਿ ਜੀ ਪੈਸਾ ਕਿੱਥੋਂ ਆਵੇਗਾ, ਇਹ ਸਵਾਲ ਬਾਰ-ਬਾਰ ਕੀਤੇ ਜਾ ਰਹੇ ਨੇ, ਤਾਂ ਫਿਰ ਸਕੀਮ ਅੱਛੀ ਹੈ ਤੇ ਬਜਟ ਵਾਲਾ ਮੁੱਦਾ ਡਿਸਾਈਡ ਹੋਣਾ ਚਾਹੀਦਾ ਹੈ, ਬਹਿਸ ਇਹਦੇ ਤੇ ਹੋਣੀ ਚਾਹੀਦੀ ਹੈ, ਜਾਂ ਫੋਕਸ ਹੀ ਗਲਤ ਜਗ੍ਹਾ ਤੇ ਲਿਆਂਦਾ ਗਿਆ ਹੈ ਤੇ ਫੋਕਸ ਲਾਰਜਰ ਸਿਹਤ ਸੇਵਾਵਾਂ ਤੇ ਹੋਣਾ ਚਾਹੀਦਾ ਸੀ। ਦੇਖੋ, ਇਹ ਪਹਿਲੀ ਗੱਲ ਨੀਤੀਗਤ ਤੌਰ ਦੇ ਉੱਤੇ ਇੰਸ਼ੋਰੈਂਸ ਦੇ ਰਾਹੀਂ, ਬੀਮਾ ਦੇ ਰਾਹੀਂ ਸਿਹਤ ਸੇਵਾਵਾਂ ਸਰਕਾਰ ਏਡੇ ਪੱਧਰ ਤੇ ਦੇਵੇ, ਇਹ ਕੋਈ ਸੰਭਵ ਨਹੀਂ ਹੈ। ਇਹ ਨਾ ਨੀਤੀਗਤ ਤੌਰ ਤੇ, ਨਾ ਆਰਥਿਕ ਨੀਤੀਆਂ ਦੇ ਤੌਰ ਤੇ, ਨਾ ਸਿਹਤ ਸੇਵਾਵਾਂ ਦੇਣ ਦੇ ਵਾਸਤੇ ਠੀਕ ਹੈ ਬਿਲਕੁਲ ਹੀ। ਕਿਉਂ? 50 ਕਰੋੜ ਲੋਕਾਂ ਨੂੰ ਤੁਸੀਂ ਇਲਾਜ ਦੇਣਾ ਹੈ, 10 ਕਰੋੜ ਪਰਿਵਾਰਾਂ ਨੂੰ ਜਿਹੜੇ ਬੜੀ ਦੂਰ ਦੂਰ ਤੱਕ ਫੈਲੇ ਹੋਏ ਨੇ, ਤੇ ਤੁਸੀਂ ਮੈਟਰੋਪੋਲ 'ਚ ਨਹੀਂ ਉਹ ਪਰਿਵਾਰ ਰਹਿ ਰਹੇ ਜਿਹੜੇ ਇਹ ਗਰੀਬ ਪਰਿਵਾਰ ਨੇ ਸਵਾਏ ਬਸਤੀਆਂ ਨੂੰ ਛੱਡ ਕੇ। ਦੂਜੀ ਗੱਲ ਇਹ ਹੈ ਤੁਸੀਂ ਬੀਮੇ ਦੀ ਰਾਸ਼ੀ ਦੇਣੀ ਹੈ, ਜਿੰਨੀ ਬੀਮਾ ਕਿਸ਼ਤ ਜਾਏਗੀ ਉਹਦੀ ਬੀਮਾ ਕੰਪਨੀ ਦੇ EMPLOYE ਲੱਗੇ ਹੋਣਗੇ, ਹੋਰ ਸਾਰਾ ਅਮਲਾ ਫੈਲਾ ਲਾ ਕੇ ਇਸ ਜਿਵੇਂ ਸਕੀਮ ਹੈ ਜਾਂ ਤੁਸੀਂ ਉਹ ਬੀਮਾ ਕੰਪਨੀ ਤੋਂ ਕੁਝ ਪੈਸੇ ਵਿੱਚੋਂ ਲੈਣਗੇ। ਬਾਕੀ ਪੈਸੇ ਵੀ ਆਰ ਨਾਟ ਸ਼ੋਰ ਕਿ ਇਹ ਬੀਮਾ ਹੀ ਹੋਵੇਗਾ। ਨਹੀਂ, ਕੋਈ ਵੀ ਰੂਪ ਮੈਂ ਉਸ ਤੇ ਵੀ ਆ ਜਾਊਂਗਾ ਪਹਿਲਾਂ, ਕਿਉਂਕਿ ਹੁਣ ਤੱਕ ਬੀਮਾ ਹੀ ਹੋਇਆ, ਅੱਗੇ ਕੁਛ ਹੁਣ ਇੱਕ ਨਵਾਂ ਲਫ਼ਜ਼ ਪਾਤਾ, ਮੈਂ ਆਊਂਗਾ ਉਸ ਤੇ। ਸੋ ਜਿਹੜਾ ਤੁਸੀਂ ਪੈਸਾ ਇੱਥੇ ਇਹ ਕਹਿੰਦੇ ਹੋ ਕਿ ਅਸੀਂ 10 ਕਰੋੜ ਰਾਹੀਂ, ਇਹ ਤੋਂ ਇਹ ਹੈ ਕਿ ਪ੍ਰਾਈਵੇਟ ਨੂੰ ਤੁਸੀਂ ਖੋਲ੍ਹਤਾ। ਪ੍ਰਾਈਵੇਟ ਹਸਪਤਾਲ ਇੱਥੇ ਫੋਰਟਿਸ ਮੈਕਸ, ਜੇ ਆਪਾਂ ਨੇੜੇ ਦੇ ਹਸਪਤਾਲਾਂ ਦੀ ਗੱਲ ਕਰੀਏ ਉਹਦੇ ਵਿੱਚ ਜਾ ਕੇ, ਸੋ ਨੀਤੀਗਤ ਤੌਰ ਦੇ ਉੱਤੇ ਤੁਸੀਂ 8-10 ਕਰੋੜ 12 ਕਰੋੜ ਜਿੰਨੇ 1000 ਕਰੋੜ ਖਰਚੇ ਹੈ ਨਾ ਤੁਹਾਡੇ, ਇਹ ਸਾਨੂੰ ਕਿਵੇਂ ਪਤਾ? ਮੈਂ ਦੱਸਦਾ ਮੇਰੀ ਬੇਨਤੀ ਸੁਣ ਲਓ। 10-12 ਹਜ਼ਾਰ ਕਰੋੜ ਰੁਪਏ ਦੇ ਨਾਲ ਤੁਸੀਂ ਪਹਿਲੀ ਗੱਲ ਸੀਮਤ ਕਰਤਾ ਲੋਕਾਂ ਦੀ, ਸਾਰੀ 50 ਕਰੋੜ ਲੋਕਾਂ ਦੀ ਸਿਹਤ ਨੂੰ, ਜਿੰਨਾ ਤੁਸੀਂ ਉਹਦਾ ਬੀਮਾ ਦੇਣ ਨੂੰ ਜਾਂ ਉਸ 'ਤੇ ਇਨਵੈਸਟ ਕਰਨ ਨੂੰ ਜਾਂ ਕੋਈ ਟਰਸਟ ਬਣਾ ਕੇ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ। ਜਦ ਕਿ ਜਿਹੜੀਆਂ ਹੈਲਥ ਸੇਵਾਵਾਂ ਨੇ, ਦੂਜੀ ਗੱਲ ਉਹਦੇ 'ਚ ਕੀ ਹੈ, ਤੁਸੀਂ ਕਵਰੇਜ ਕਿਹੜੀ ਦਿੱਤੀ ਹੈ? ਇਨਡੋਰ ਹੈਲਥ ਕੇਅਰ ਨੂੰ। ਜਿਹੜਾ ਆਊਟਡੋਰ ਹੈਲਥ ਕੇਅਰ ਹੈ ਉਹਨੂੰ ਤੁਸੀਂ ਵੈਲਨੈਸ ਸੈਂਟਰ ਕਹਿ ਕੇ ਖਤਮ ਕਰਤਾ ਕਿ ਅਸੀਂ ਮੁੱਢਲਾ ਸਿਹਤ ਖਤਮ ਕਿਉਂ ਕਰ ਦਿੱਤਾ? 1.5 ਲੱਖ ਵੈਲਨੈਸ ਸੈਂਟਰ ਦੀ ਗੱਲ ਕੀਤੀ, ਪੈਸਾ ਦੇ ਰਿਹਾ ਉਹਦੇ ਲਈ। ਲੈਟ ਮੀ ਕੰਪਲੀਟ
1.5 ਲੱਖ ਵੈਲਨੈਸ ਹੈਲਥ ਐਂਡ ਵੈਲਨੈਸ ਸੈਂਟਰ ਖੋਲੇ ਜਾਣਗੇ ਜਿਨ੍ਹਾਂ ਦੇ ਵਿੱਚ ਤੁਸੀਂ ਇੱਕ ਨਰਸ ਲਗਾਓਗੇ ਔਰ ਉਹਦੇ ਵਾਸਤੇ ਉਹ ਮੈਂ ਬਸ ਅਜੇ ਵੀ ਨਹੀਂ ਜਾਵਾਂਗਾ, ਉਹ ਉੱਥੇ ਵੀ ਬਥੇਰੇ ਕੁਐਸਚਨ। ਤੁਸੀਂ ਇਹਦਾ ਮਤਲਬ ਜਿਹੜਾ ਮੁੱਢਲਾ ਪ੍ਰਾਇਮਰੀ ਹੈਲਥ ਕੇਅਰ ਹੈ ਉਹਨੂੰ ਇੱਕ ਨਰਸ ਦੇ ਸਹਾਰੇ ਛੱਡਣ ਨੂੰ ਤਿਆਰ ਹੋ। ਉਹਦੀ ਕਿਊਰੇਟਿਵ ਸਰਵਿਸ ਖਾਲੀ ਖਤਮ ਕਰ ਰਹੇ ਹੋ ਕਿਉਂਕਿ ਨਰਸ ਇੰਟਾਈਟਲਡ ਹੀ ਨਹੀਂ ਕਿਊਰੇਟਿਵ ਸਰਵਿਸ ਦੇਣ ਦੀ। ਤੁਸੀਂ ਜਿਹੜਾ ਸੈਕੰਡਰੀ ਜਿਹੜੀ ਬਿਮਾਰੀ ਪਹਿਲਾਂ ਮੁੱਢਲੇ ਰੂਪ ਤੇ ਰੁਕਣੀ ਸੀ ਉਹਨੂੰ ਵਧਾ ਕੇ ਹਸਪਤਾਲ 'ਚ ਭੇਜਣਾ ਚਾਹੁੰਦੇ ਹੋ। ਸਾਡੇ ਆਪਦੇ ਹਸਪਤਾਲਾਂ ਦਾ ਹਾਲ ਕੋਈ ਬਹੁਤਾ ਅੱਛਾ ਨਹੀਂ ਹੈ ਕਿਉਂਕਿ ਉੱਥੇ ਰਾਹ ਸ਼ੋਰ ਸਾਰਾ ਪੈਸੇ ਉਹਨਾਂ ਦਾ ਮੁਕਾਬਲਾ ਤੁਸੀਂ 5 ਸਟਾਰ ਹੋਟਲ ਵਰਗੇ ਹਸਪਤਾਲਾਂ ਨਾਲ ਕਰਾਉਣਾ ਚਾਹੁੰਦੇ ਹੋ, ਜਿਹਦਾ ਨਤੀਜਾ ਇਹ ਨਿਕਲੇਗਾ ਕਿ ਜਿੰਨਾ ਕੁ ਪੈਸਾ ਜਿੱਥੇ ਮੈਂ ਹੁਣ ਆ ਰਿਹਾ ਕਿਉਂ ਪਾਲਿਸੀ ਦੇ ਲੈਵਲ ਤੇ ਮੈਂ ਗਲਤ ਕਹਿਣਾ, ਜਿੰਨਾ ਕੁ ਪੈਸਾ ਤੁਸੀਂ ਹੈਲਥ 'ਚ ਤੁਹਾਡੇ ਕੋਲ ਹੈਗਾ ਹੈ ਸੀਮਿਤ ਸਰੋਤਾਂ ਦੇ ਬਾਵਜੂਦ ਜਿੰਨੀ ਤੁਹਾਡੀ ਮੈਨ ਪਾਵਰ ਹੈਗੀ ਹੈ ਉਹ ਬਹੁਤ ਹੀ ਜ਼ਿਆਦਾ ਮੈਨ ਪਾਵਰ ਪ੍ਰਾਈਵੇਟ ਵੱਲ ਨੂੰ ਜਾਏਗੀ। ਮਰੀਜ਼ ਪ੍ਰਾਈਵੇਟ ਵੱਲ ਜਾਏਗਾ ਖਿੱਚਿਆ। ਇਹ ਤੁਹਾਡੀ ਜਿਹੜੀ ਤਨਕੀਦ ਹੈ ਨਾ ਇਹ ਬੜੀ ਸਵੀਪਿੰਗ ਕ੍ਰਿਟਿਸਿਜ਼ਮ ਹੈ ਤੁਹਾਡਾ। ਮੇਰੀ ਸਿਰਫ ਇਹਦੇ ਨਾਲ ਇਹ ਪ੍ਰੋਬਲਮ ਹੈ। ਗੱਲ ਇਹ ਕਿ ਇੱਕ ਤਾਂ ਇਹ ਸਾਰੇ ਖਦਸ਼ੇ ਨੇ ਕਿ ਅਜਿਹਾ ਹੋ ਸਕਦਾ ਤੇ ਜੇ ਇਹ ਸਰਕਾਰ ਵੀ ਸੋਚ ਸਕਦੀ ਹੈ ਕਿ ਅਜਿਹਾ ਹੋ ਸਕਦਾ ਤੇ ਉਹਦੇ ਮਿਟੀਗੇਟਿੰਗ ਫੈਕਟਰਸ ਵੀ ਫਿਰ ਸਰਕਾਰ ਵਿੱਚੋਂ ਲਿਆ ਸਕਦੀ ਹੈ। ਲੈਟ ਮੀ ਪੁੱਲ ਇਨ ਡਾਕਟਰ ਸ਼ੰਕਰ ਪ੍ਰੰਜਾ ਫਸਟ ਆਫ ਆਲ। ਡਾਕਟਰ ਸਾਹਿਬ ਦੇਖੋ ਜੇ 2 ਪਿਲਰਸ ਦੀ ਇਹਨਾਂ ਨੇ ਗੱਲ ਕੀਤੀ ਹੈ, ਇਹ ਨਹੀਂ ਹੈ ਕਿ ਸਰਕਾਰ ਦਾ ਥੱਲੇ ਕੋਈ ਫੋਕਸ ਨਹੀਂ ਹੈ ਕਿ ਪ੍ਰਾਇਮਰੀ ਹੈਲਥ ਕਿਵੇਂ ਪ੍ਰੋਵਾਈਡ ਕੀਤੀ ਜਾਏਗੀ। ਜਿਹੜੇ ਹੁਣ ਤੱਕ ਜਿਹੜੇ ਵੈਲਨੈਸ ਸੈਂਟਰਸ ਨੇ ਉਹ ਲਾਰਜਲੀ ਜਾਂ ਤੇ ਮੈਟਰਨਲ ਕੇਅਰ ਜਿਹੜੀ ਉਹ ਪ੍ਰੋਵਾਈਡ ਕਰ ਰਹੇ ਨੇ ਜਾਂ ਬਿਲਕੁਲ ਹੀ ਫਸਟ ਏਡ ਵਾਲੀਆਂ ਸਹੂਲਤਾਂ ਹੁੰਦੀਆਂ ਨੇ। ਜੇ ਉਹਨਾਂ ਨੂੰ ਸੱਚਮੁੱਚ ਵੈਲਨੈਸ ਸੈਂਟਰਸ ਦੇ ਵਿੱਚ ਕਨਵਰਟ ਕਰ ਦਿੱਤਾ ਜਾਵੇ ਤੇ ਪੈਸਾ ਉਹਦੇ ਲਈ ਵੀ ਐਲੋਕੇਟ ਕੀਤਾ ਗਿਆ 1200 ਕਰੋੜ ਉਹਦੇ ਲਈ ਐਲੋਕੇਟ ਕੀਤਾ ਗਿਆ ਇਸੇ ਸਾਲ ਦੇ ਵਿੱਚ ਹੀ। ਤਾਂ ਇਹ ਜਿਹੜੇ ਖਦਸ਼ੇ ਡਾਕਟਰ ਸਾਹਿਬ ਨੇ ਪ੍ਰਗਟਾਏ ਨੇ ਕਿ ਇਹਨਾਂ ਨੂੰ ਰੋਕਣ ਦਾ ਵੀ ਕੋਈ ਤਰੀਕਾ ਹੋ ਸਕਦਾ ਹੈ। ਕਿਹੜੀਆਂ ਬਿਮਾਰੀਆਂ ਕਵਰ ਹੋਣਗੀਆਂ, ਕਿਹੜੇ ਟੈਸਟ ਕਵਰ ਹੋਣਗੇ, ਉਹ ਸਾਰੇ ਜਿਹੜੇ ਪ੍ਰੋਟੋਕੋਲਸ ਦੁਬਾਰਾ ਤੋਂ ਬਣਾਏ ਜਾ ਸਕਦੇ ਨੇ ਕਿ ਕਿਸੇ ਬਿਮਾਰੀ ਦੇ ਇਲਾਜ ਲਈ ਸਟੈਂਡਰਡ ਆਪਰੇਟਿੰਗ ਪ੍ਰੋਸੀਜਰਸ ਕੀ ਹੋਣਗੇ, ਫਸਟ ਟੈਸਟ ਕਿਹੜੇ ਹੋਣਗੇ, ਸੈਕੰਡ ਸਟੇਜ ਦੇ ਟੈਸਟ ਕਿਹੜੇ ਹੋਣਗੇ, ਕਿੰਨਾ ਕੁ ਮਹਿੰਗਾ ਇਲਾਜ ਕੀਤਾ ਜਾ ਸਕੇਗਾ, ਕਿੰਨੇ ਡਾਕਟਰ ਸਾਈਨ ਆਫ ਕਰਨਗੇ ਜਿਵੇਂ ਉਹ ਇਲਾਜ ਅੱਗੇ ਸੈਕੰਡਰੀ ਕੇਅਰ 'ਚ ਜਾਂ ਟਰਸ਼ਰੀ ਕੇਅਰ ਦੇ ਵਿੱਚ ਜਾਂਦਾ ਜਾਵੇਗਾ। ਜੇ ਇਹ ਸਾਰੇ ਨਿਯਮ ਕਾਨੂੰਨ ਬਣਾ ਲਏ ਜਾਣ ਤਾਂ ਇਸ ਸਕੀਮ ਨੂੰ ਚਾਹੇ ਤਾਂ ਐਜ਼ ਅ ਟਰਸਟ ਬੇਸਡ ਮਾਡਲ ਤੇ ਚਾਹੇ ਐਜ਼ ਬੀਮਾ कि सार्थक तरीके नाल चलाया जा सकता है। यू सी दोस पॉसिबिलिटीज? देखिए जी इदा है कि पहली गल तो है कि जिहड़ा इस बजट जिहड़ा भी अनाउंसमेंट हुई है नैशनल हेल्थ प्रोटैक्शन स्कीम दी ते जिहड़ा हेल्थ दे उत्ते रिन्यूड एम्फेसिस आया है जी। फर्स्ट ऑफ ऑल पहला तो यही एक वेलकम स्टैप है बिकॉज इस तो पहले जब तुसीं देखो हेल्थ पब्लिक डिस्कोर्स विच कदी आंदा नहीं सी, बिल्कुल पॉलिटिकल ता मुद्दा ही नहीं सी ना, इहदे वोटां नहीं सी मंगदा कोई। बेनिफिट जिहड़ा इस होल चीज़ दा आया जे तुसीं अज असीं बैठे इहदे बारे गल कर रहे हैं, कॉमन बंदा इहदे बारे सुन रहा जी। जे ਤੁਸੀਂ ਗੱਲ ਕਰੋ ਕਿ ਕੀ ਹੋਣਾ ਚਾਹੀਦਾ ਹੈ, ਦੇਖੋ ਜੀ ਇਹਦੇ ਤੇ ਕੋਈ ਡਿਬੇਟ ਨਹੀਂ ਹੈ ਕਿ ਇਸ ਵੇਲੇ ਕਰੰਟਲੀ ਗਵਰਨਮੈਂਟ ਦਾ ਹੈਲਥ ਐਕਸਪੈਂਡੀਚਰ ਪਬਲਿਕ ਸਿਸਟਮ ਤੇ ਬਹੁਤ ਘੱਟ ਹੈਗਾ ਹੈ। ਸਾਡਾ ਇਸ ਵੇਲੇ 1.1 ਤੋਂ 1.2% ਆਫ ਆਵਰ ਟੋਟਲ ਜਿਹੜਾ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੈ ਉਹ ਹੈਲਥ ਪਬਲਿਕ ਹੈਲਥ ਤੇ ਲੱਗਦਾ ਹੈਗਾ। ਮੋਸਟ ਆਫ ਦੀ ਡਿਵੈਲਪਡ ਕੰਟਰੀਜ਼ ਜਿਹੜੀ ਹੈਗੇ ਨੇ ਉਹ ਨੀਅਰਲੀ 7 to 10% ਆਫ देयर ਗ੍ਰੋਸ ਡੋਮੈਸਟਿਕ ਪ੍ਰੋਡਕਟ 10% ਤੋਂ ਖਰਚ ਕਰਦੇ ਨੇ ਜੀਡੀਪੀ ਦਾ ਖਰਚ ਸਾਡਾ 1% ਤੋਂ ਜਸਟ ਜ਼ਿਆਦਾ 1.2% ਜਿਹੜੀ ਕੰਟਰੀਜ਼ ਨੀਅਰ ਯੂਨੀਵਰਸਲ ਹੈਲਥ ਸਿਸਟਮਸ ਇੰਪਲੀਮੈਂਟ ਕਰ ਰਹੀਆਂ ਨੇ ਜੀ। ਜੇ ਤੁਸੀਂ ਬੜੇ ਕੰਜ਼ਰਵੇਟਿਵ ਐਸਟੀਮੇਟਸ ਵੀ ਦੇਖੋ ਤਾਂ ਵੀ ਤੁਸੀਂ ਕਹੋਗੇ ਕਿ 4 ਤੋਂ 5% ਤੱਕ ਇਹਨਾਂ ਬੈਂਚਮਾਰਕ ਹੈ ਨਾ ਹੋਣਾ ਚਾਹੀਦਾ ਹੈ ਜਿੰਨਾ ਐਲੋਕੇਸ਼ਨ ਹੈਲਥ ਤੇ ਹੋਣੀ ਚਾਹੀਦੀ ਹੈ। ਅਸੀਂ ਤਾਂ ਡਾਕਟਰ ਸਾਹਿਬ ਹੁਣ ਜਿਹੜੀ ਨਿਊ ਹੈਲਥ ਪਾਲਿਸੀ ਆਈ ਹੈ ਸਾਡੀ 2017 ਦੀ ਉਹ ਤਾਂ ਕਹਿ ਰਹੀ ਹੈ ਕਿ ਸਨ 2025 ਤੱਕ ਅਸੀਂ 2.5% ਆਫ ਜੀਡੀਪੀ ਕਰਾਂਗੇ। ਐਗਜ਼ੈਕਟਲੀ ਤੇ ਉਹ ਥੋੜੇ ਜਿਹੇ ਫਿਸਕਲ ਸਪੇਸ ਨੂੰ ਦੇਖਦੇ ਹੋਏ ਕਿੰਨੀ ਕੈਪੈਸਿਟੀ ਹੈਗੀ ਹੈ ਗਵਰਨਮੈਂਟ ਦੀ ਉਹਨੀ ਰੀਅਲਿਸਟਿਕ ਐਸਟੀਮੇਸ਼ਨਸ ਦੇ ਨਾਲ 2.5% ਜੇ 2.5% ਵੀ ਹੋ ਤਾਂ ਵੀ ਡਬਲ ਦੀ ਐਲੋਕੇਸ਼ਨ ਤੁਸੀਂ ਸੋਚ ਰਹੇ ਹੋ ਅੱਜ ਦੇ ਮੁਕਾਬਲੇ ਉਹ ਵੀ ਕਾਫੀ ਮੇਜਰ ਚੀਜ਼ ਹੋਏਗੀ। ਬਟ ਜਿਹੜੀ ਰੀਅਲਿਸਟਿਕ ਐਸਪੀਰੇਸ਼ਨ ਹੈ ਉਹ 4 ਤੋਂ 5% ਹੈ ਨਾ। ਦੂਜਾ ਸਵਾਲ ਆਉਂਦਾ ਹੈ ਕਿ ਤੁਸੀਂ एक्सपेंडिचर तोखले कर रहे हैं ਉਹੀ ਮੈਂ ਕਰ ਰਿਹਾ ਜੀ। ਐਕਸਪੈਂਡੀਚਰ ਤਾਂ ਤੁਸੀਂ बढ़ा ਲੋਗੇ ਹੁਣ ਤੁਸੀਂ ਹੈਗਾ ਕਿ ਕਿੱਦਾਂ ਉਸ ਐਕਸਪੈਂਡੀਚਰ ਦੇ ਨਾਲ ਹੈਲਥ ਕੇਅਰ ਪ੍ਰੋਵਾਈਡ ਕਰੋ। ਉਹਦੇ 2 ਬ੍ਰੌਡ ਮੇਜਰ ਮੈਕੈਨਿਜ਼ਮਸ ਹੈ ਕਿੱਦਾਂ ਤੁਸੀਂ ਹੈਲਥ ਸਰਵਿਸ ਪ੍ਰੋਵਾਈਡ ਕਰ ਸਕਦੇ ਹੋ। ਇੱਕ ਤਾਂ ਹੈਗਾ ਤੁਸੀਂ ਜਿੱਦਾਂ ਮੰਨ ਲਓ ਤੁਸੀਂ ਯੂਨਾਈਟਿਡ ਕਿੰਗਡਮ ਦੀ ਗੱਲ ਕਰਦੇ ਹੋ ਉਹਦੇ ਨੈਸ਼ਨਲ ਹੈਲਥ ਸਰਵਿਸਿਜ਼ ਹੈਗੀ ਹੈ, ਉਹਨਾਂ ਦੀ ਆਪਣੀ ਐਨਐਚਐਸ ਹੈ, ਬਿਲਕੁਲ ਸਾਡੇ ਵੀ ਆਪਣੀ ਕੰਟਰੀ 'ਚ ਸਾਡਾ ਇੱਕ ਪਬਲਿਕ ਹੈਲਥ ਸਿਸਟਮ ਹੈ ਤੇ ਇੱਕ ਆਪਸ਼ਨ ਤਾਂ ਹੈ ਤੁਸੀਂ ਇਹ ਪੈਸਾ ਪੂਰਾ ਦਾ ਪੂਰਾ ਨੈਸ਼ਨਲ ਹੈਲਥ ਸਰਵਿਸਿਜ਼ ਜਿਹੜੀ ਸਾਡੀ ਪਬਲਿਕ ਹੈਲਥ ਸਰਵਿਸਿਜ਼ ਹੈ ਹੈਲਥ ਸਬ ਸੈਂਟਰ ਹੈ ਪ੍ਰਾਇਮਰੀ ਹੈਲਥ ਸੈਂਟਰ ਪ੍ਰਾਇਮਰੀ ਹਸਪਤਾਲਾਂ ਦੇ ਵਿੱਚ ਸਿਵਲ ਹਸਪਤਾਲਾਂ ਦੇ ਵਿੱਚ ਲਗਾਇਆ ਜਾਵੇ ਤੇ ਉੱਥੇ ਸਾਰੀਆਂ ਫੈਸਿਲਿਟੀਆਂ ਆਗਮੈਂਟ ਕੀਤੀਆਂ ਜਾਣ। ਠੀਕ ਹੈ, ਇੱਕ ਹੋ ਗਿਆ। ਦੂਜਾ ਤਰੀਕਾ ਹੈ ਤੁਸੀਂ ਮੈਕੈਨਿਜ਼ਮ ਪੈਸਾ ਦਾ ਇਦਾਂ ਲਗਾਓ ਕਿ ਜਾਂ ਤਾਂ ਟਰਸਟ ਮਾਡਲ ਕ੍ਰੀਏਟ ਕਰੋ ਜਾਂ ਤੁਸੀਂ ਇੱਕ ਇੰਸ਼ੋਰੈਂਸ ਮੈਕੈਨਿਜ਼ਮ। ਜਿਹੜਾ ਮੇਜਰ ਪ੍ਰੋਬਲਮਸ ਹੈਗੀਆਂ ਨੇ ਦੋਨਾਂ ਮਾਡਲਸ ਵਿੱਚ ਇੱਥੇ ਜਿਹੜਾ ਤੁਸੀਂ ਪਹਿਲਾ ਮੈਕੈਨਿਜ਼ਮ ਹੈਗਾ ਜਿਹੜਾ ਪਬਲਿਕ ਹੈਲਥ ਸਿਸਟਮ ਨੂੰ ਉਹ ਤਾਂ ਟਰਾਈ ਕਰਕੇ ਦੇਖ ਲਿਆ ਸੀ। ਉੱਥੇ ਨਹੀਂ ਟਰਾਈ ਕਰਕੇ ਨਹੀਂ, ਉਹ ਟਰਾਈਡ ਐਂਡ ਟੈਸਟਡ ਮੈਕੈਨਿਜ਼ਮ ਹੈ ਐਕਚੁਅਲੀ। ਓਕੇ
ਹਾਲੇ ਤੱਕ ਤੁਸੀਂ ਸੋਚਦੇ ਸੀ ਕਿ ਉਹ ਟ੍ਰਾਈਡ ਐਂਡ ਟੈਸਟਡ ਐਂਡ ਫੰਡ ਕਰੰਚਡ ਪੈਸਾ ਅਸੀਂ ਪਾਇਆ ਨਹੀਂ ਉਸ ਵਿੱਚ। ਅਸੀਂ ਸੋਚਦੇ ਹਾਂ ਕਿ ਉਹ ਇਨਐਫੀਸ਼ੀਐਂਟ ਹੈ, ਬਟ ਬੇਸਿਕਲੀ ਉਹ ਇਨਐਫੀਸ਼ੀਐਂਸੀ ਆਉਂਦੀ ਹੈ ਬਿਕੋਜ਼ ਆਫ ਅੰਡਰ ਫੰਡਿੰਗ। ਜੇ ਤੁਸੀਂ ਇਨਫ ਪੈਸਾ ਹੀ ਨਹੀਂ ਲਗਾਓਗੇ, ਜਿਹੜਾ ਤੁਹਾਡਾ ਬਜਟ ਹੁੰਦਾ ਹੈ ਉਹਦਾ 90% ਆਫ ਦੀ ਮਨੀ ਗੋਜ਼ ਇਨਟੂ ਪ੍ਰੋਵਾਈਡਿੰਗ ਸੈਲਰੀਜ਼ ਆਫ ਦੀ ਡਾਕਟਰਸ ਔਰ ਦੀ ਸਟਾਫ, ਤੇ ਜਿਹੜਾ 10% ਬਚਦਾ ਉਹ ਸਰਵਿਸ ਪ੍ਰੋਵੀਜ਼ਨਿੰਗ ਵਿੱਚ ਜਾਂਦਾ ਹੈ। ਜੇ ਉਸ 10% ਵਿੱਚ ਤੁਸੀਂ ਸੋਚੋ ਕਿ ਤੁਸੀਂ ਦਵਾਈਆਂ ਵੀ ਪ੍ਰੋਵਾਈਡ ਕਰ ਦੋਗੇ, ਡਾਇਗਨੋਸਟਿਕ ਟੈਸਟ ਵੀ ਪ੍ਰੋਵਾਈਡ ਕਰੋ, ਹੋ ਨਹੀਂ ਪਾਉਂਦਾ, ਸਿਰਫ ਬਦਨਾਮੀ ਨਿਕਲਦੀ ਹੈ। ਤੇ ਤਾਂ ਕਰਕੇ ਬੰਦਿਆਂ ਦਾ, ਜਿਹੜੇ ਬੰਦੇ ਉੱਥੇ ਜਾਂਦੇ ਨੇ ਉਹਨਾਂ ਦਾ ਵੀ ਖਰਚਾ ਹੋ ਜਾਂਦਾ ਹੈ, ਤੇ ਤੁਸੀਂ ਕਹਿੰਦੇ ਪਬਲਿਕ ਸਿਸਟਮ ਪ੍ਰੋਵਾਈਡ ਨਹੀਂ ਕਰ ਸਕਦਾ। ਬਟ ਜਿਹੜੇ ਤੁਸੀਂ ਐਗਜ਼ਾਮਪਲਸ ਦੇਖੋ, ਜਿਹੜੀਆਂ ਸਕੀਮਾਂ ਵਿੱਚ ਪਬਲਿਕ ਸਿਸਟਮ ਨੂੰ ਤੁਸੀਂ ਇਨਫ ਫੰਡ ਕੀਤਾ, ਨੈਸ਼ਨਲ ਹੈਲਥ ਮਿਸ਼ਨ ਹੋਇਆ, ਜੀ ਨੈਸ਼ਨਲ ਹੈਲਥ ਮਿਸ਼ਨ ਵਿੱਚ ਤੁਸੀਂ ਇੱਕ ਮੈਟਰਨਲ ਹੈਲਥ ਕੇਅਰ ਵਾਸਤੇ, ਇੰਸਟੀਟਿਊਸ਼ਨਲ ਡਿਲੀਵਰੀ ਵਾਸਤੇ ਫੰਡ ਕੀਤਾ। 30,000 ਕਰੋੜ ਦੇ ਆਸ-ਪਾਸ ਦੀ ਫਿਗਰ ਜਾ ਰਹੀ ਹੈ ਨੈਸ਼ਨਲ ਹੈਲਥ। ਕੀ ਹੋਇਆ, ਤੁਸੀਂ 33% ਇੰਸਟੀਟਿਊਸ਼ਨਲ ਡਿਲੀਵਰੀ ਨੂੰ ਚੱਕ ਕੇ 80-85% ਤੇ ਲੈ ਗਏ, ਤੇ ਜਿਹੜਾ ਖਰਚਾ ਸੀ ਲੋਕਾਂ ਦਾ ਆਊਟ ਆਫ ਪਾਕਟ ਥਾ, that came down drastically down। ਤੇ ਬੇਸਿਕਲੀ ਪਬਲਿਕ ਸਿਸਟਮ ਇਨ ਇਨਵੈਸਟ ਕਰਨ ਦਾ ਇੱਕ ਸਾਡੇ ਕੋਲ ਗਲੇਅਰਿੰਗ ਪੋਜ਼ਿਟਿਵ ਐਗਜ਼ਾਮਪਲ ਹੈਗਾ, ਤੇ ਇਹ ਹੋ ਸਕਦਾ ਹੈ ਨਾ। ਦੂਜੀ ਗੱਲ ਕੀਤੀ ਜਾਏ, ਜਿਹੜਾ ਦੂਜਾ ਮੈਕੈਨਿਜ਼ਮ ਹੈ ਜੀ, ਉਹਦਾ ਸਾਡਾ ਪੁਰਾਣਾ ਐਕਸਪੀਰੀਅੰਸ ਹੈਗਾ ਇੱਕ RSBY ਸਕੀਮ ਦਾ, ਰਾਸ਼ਟਰੀ ਸਵਾਸਥ ਬੀਮਾ ਯੋਜਨਾ ਦਾ, ਜਿਹੜੀ 2016 ਵਿੱਚ ਇਸੇ ਹੀ ਵਿੱਤ ਮੰਤਰੀ ਨੇ ਇਸੇ ਹੀ ਕਿਸਮ ਦੀ ਬਜਟ ਸਪੀਚ ਦੇ ਵਿੱਚ ਇਹਨਾਂ ਹੀ ਦਿਨਾਂ ਦੇ ਵਿੱਚ ਅਨਾਉਂਸ ਕੀਤੀ ਸੀ 2006 ਚ। ਉਹਦਾ ਐਕਸਪੀਰੀਅੰਸ ਸਾਡਾ ਜਿੰਨੀ ਰਿਸਰਚ ਹੋਈ ਹੈ ਅੱਜ ਤੱਕ, ਉਹਦਾ ਰਿਸਰਚ ਦਾ ਐਕਸਪੀਰੀਅੰਸ ਇਹ ਹੈਗਾ, ਕਰਕਸ ਹੈਗਾ ਕਿ ਜਿਨ੍ਹਾਂ ਨੂੰ ਇੰਸ਼ੋਰੈਂਸ ਸੀਗੀਆ ਉਹਨਾਂ ਦਾ ਯੂਟਿਲਾਈਜੇਸ਼ਨ ਰੇਟ बढ़ ਗਿਆ, ਮਤਲਬ ਉਹਨਾਂ ਦਾ ਹਸਪੀਟਲਾਈਜੇਸ਼ਨ ਦਰ ਜਿਹੜਾ ਸੀਗਾ, ਕਿੰਨੇ ਪ੍ਰਤੀਸ਼ਤ ਲੋਕ ਉਹਨਾਂ ਵਿੱਚੋਂ ਲੋਕਾਂ ਨੇ ਹਸਪੀਟਲਾਈਜੇਸ਼ਨ ਲਿੱਤੀਆਂ, ਉਹ ਸਰਵਿਸ ਯੂਟਿਲਾਈਜੇਸ਼ਨ ਰੇਟ ਤਾਂ बढ़ ਗਿਆ, ਬਟ ਉਹਨਾਂ ਦਾ ਜਿਹੜਾ ਆਊਟ ਆਫ ਪਾਕਟ ਐਕਸਪੈਂਡੀਚਰ ਸੀਗਾ, ਉਹਨਾਂ ਦੇ ਆਪਣਾ ਜੇਬ ਤੋਂ ਖਰਚ ਜਿਹੜਾ ਹੁੰਦਾ ਸੀ, ਨਾ ਤਾਂ ਉਹਦੇ ਤੇ ਕੋਈ ਫਰਕ ਪਿਆ, ਨਾ ਤਾਂ ਉਹਦੇ ਤੇ ਉਹਨਾਂ ਦੇ ਜਿਹੜਾ ਅਸੀਂ ਕਿੰਨੀਆਂ ਕੁ ਸਟੱਡੀਜ਼ ਆਈਆਂ ਜੇ ਕਿ ਉਹਦੇ ਤੇ ਬਹੁਤ ਜ਼ਿਆਦਾ ਪੈਸਾ ਖਰਚ ਨਹੀਂ ਹੋਇਆ, 500 ਕਰੋੜ ਰੁਪਇਆ ਟੋਟਲ ਯੂਟਿਲਾਈਜ਼ ਹੋ ਪਾਇਆ ਸੀਗਾ ਉਹਦੇ ਵਿੱਚੋਂ। ਪਰ ਜਿੰਨੀਆਂ ਕੁ ਸਟੱਡੀਜ਼ ਆਈਆਂ, ਖਾਸ ਤੌਰ ਤੇ ਅਸੀਂ ਝਾਰਖੰਡ ਵਗੈਰਾ ਵਾਲੀਆਂ ਸਟੱਡੀਜ਼ ਦੇਖੀਆਂ ਨੇ ਕਿ ਹਸਪਤਾਲਾਂ ਦੇ ਵਿੱਚ ਅਜੇ ਵੀ ਉਹਨਾਂ ਨੂੰ ਇਹੀ ਕਿਹਾ ਗਿਆ ਕਿ ਬਾਜ਼ਾਰੋਂ ਤੁਸੀਂ ਜਾ ਕੇ ਮੈਡੀਸਿਨਸ ਬਾਹਰੋਂ ਲਓ, ਬਹੁਤ ਸਾਰੇ ਡਿਵਾਈਸਸ ਉਹਨਾਂ ਨੂੰ ਬਾਹਰੋਂ ਹੀ ਲੈਣੇ ਪਏ, ਆਊਟ ਆਫ ਪਾਕਟ ਐਕਸਪੈਂਡੀਚਰ ਤਾਂ ਉਦਾਂ ਹੀ ਹੁੰਦਾ ਰਿਹਾ, ਫਾਇਦਾ ਨਹੀਂ ਹੋਇਆ। ਦੂਜਾ ਇੱਕ ਪ੍ਰੋਬਲਮ ਹੈਗਾ ਡਿਜ਼ਾਈਨ ਆਫ ਦਾ ਸਕੀਮ ਵੀ ਕਿੱਦਾਂ ਹੁੰਦੀ ਹੈ। ਸਾਡੇ ਇੰਡੀਆ 'ਚ ਇੱਕ ਰੂਲ ਹੈਗਾ 70-70-70 ਦਾ, 70% ਆਫ ਆਵਰ ਟੋਟਲ ਜਿਹੜਾ ਹੈਲਥ ਐਕਸਪੈਂਡੀਚਰ ਹੈ ਉਹ ਲੋਕਾਂ ਦੀ ਆਪਣੀ ਜੇਬਾਂ ਤੋਂ ਜਾਂਦਾ ਹੈ, ਉਹਦਾ 70% ਭਾਗ ਜਿਹੜਾ ਹੈਗਾ ਉਹ ਲੋਕਾਂ ਦਾ OPD ਐਕਸਪੈਂਡੀਚਰ ਤੇ ਜਾਂਦਾ ਹੈ, ਜਿਸ ਵੇਲੇ ਹਸਪਤਾਲ ਵਿੱਚ ਨਹੀਂ ਹੁੰਦੇ, ਜਦੋਂ ਹਸਪਤਾਲ ਵਿੱਚ ਨਹੀਂ ਹੁੰਦੇ, ਦਾਖਲ ਨਹੀਂ ਹੁੰਦੇ, ਉਹਦਾ 70% ਭਾਗ ਹੈ ਜਿਹੜਾ ਲੋਕਾਂ ਨੂੰ ਦਵਾਈਆਂ ਖਰਚਣ ਤੇ ਲਾਣਾ ਪੈਂਦਾ ਹੈ। ਤੇ ਬੇਸਿਕਲੀ ਜੇ ਤੁਹਾਡੀ ਸਕੀਮ ਇਹੋ ਜੀ ਹੋਊਗੀ ਜਿਹੜੀ ਸਿਰਫ ਹਸਪੀਟਲਾਈਜੇਸ਼ਨ ਨੂੰ ਕਵਰ ਕਰੇ ਗੀ, OPD ਐਕਸਪੈਂਡੀਚਰ ਨੂੰ ਕਿਤੇ 70% ਤੋਂ ਲੈਟ ਮੀ ਡਰਾ ਯੂ ਇਨ, ਤੁਸੀਂ ਹੈਲਥ ਪ੍ਰੋਮੋਸ਼ਨ ਦੇ ਮਾਮਲੇ ਦੇ ਵਿੱਚ ਡੀਲ ਕਰਦੇ ਹੋ ਤੇ ਲੋਕਾਂ ਨੂੰ ਇੰਜ ਜਾਪੇਗਾ ਜਿਵੇਂ ਜਿਵੇਂ ਅਵੇਅਰਨੈਸ ਵਧੇਗੀ। ਪਹਿਲੀ ਗੱਲ ਤਾਂ ਜੇ ਪੈਸੇ ਦੀ ਅਵੇਲੇਬਿਲਿਟੀ ਹੋਵੇਗੀ, ਸਰਕਾਰ ਕੋਈ ਵੀ ਮਾਡਲ ਦੇ ਥਰੂ ਪੈਸਾ ਵਿੱਚ ਪਾ ਦੇਵੇ, ਵਾਇਆ ਬੀਮਾ, ਵਾਇਆ ਟਰਸਟ ਜਾਂ ਐਗਜ਼ਿਸਟਿੰਗ ਸਟਰਕਚਰ ਦੇ ਵਿੱਚ ਪੈਸਾ ਪਾਵੇ। ਜੇ ਅਵੇਅਰਨੈਸ ਵਧੇਗੀ ਤਾਂ ਮੈਡੀਕਲ ਜਿਹੜੀ ਫੈਸਿਲਿਟੀ ਉਹਦੀ ਤੁਸੀਂ ਐਕਸੈਸ ਵੀ ਵੱਧ ਜਾਂਦੀ ਹੈ, ਤੁਸੀਂ ਫਿਰ ਹਸਪਤਾਲ ਜਾਣਾ ਚਾਹੁੰਦੇ ਹੋ ਕਿਉਂਕਿ ਤੁਹਾਡਾ ਖਰਚਾ ਕਵਰਡ ਹੈ। ਜਿਸ ਵੇਲੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਫਿਰ ਖਰਚੇ ਵਧਣਗੇ, ਤੇ ਜੇ ਉਹ ਖਰਚਿਆਂ ਦਾ ਬੋਝ ਐਕਸਚੈਕਰ ਦੇ ਉੱਤੇ ਹੈ, ਟੈਕਸ ਪੇਅਰ ਦੇ ਉੱਤੇ ਹੈ, ਤਾਂ ਫਿਰ ਸਕੀਮ ਦਾ ਸਾਈਜ਼ ਵੀ ਨਾਲ ਵਧਾਉਣਾ ਪਏਗਾ, ਨਾਲ ਦੀ ਨਾਲ ਹੀ ਬਜਟ ਦੇ ਉੱਤੇ ਹੋਰ ਕੰਸਟ੍ਰੇਂਟਸ ਆਣਗੇ। ਤੇ ਇਹ ਸਾਰਾ ਕੁਝ ਅਸੀਂ ਅਮਰੀਕਾ ਦੇ ਵਿੱਚ ਓਬਾਮਾ ਕੇਅਰ ਦੇ ਵਿੱਚ ਵੀ ਹੁੰਦਿਆਂ ਦੇਖਿਆ, ਤੇ ਇਸ ਵੇਲੇ ਪੂਰਾ ਜ਼ੋਰ ਲੱਗਿਆ ਵੀ ਉਹਦਾ ਸਕੋਪ ਵੀ ਘੱਟ ਕੀਤਾ ਜਾਵੇ, ਉਹਦੀ ਡੈਪਥ ਵੀ ਘੱਟ ਕੀਤੀ ਜਾਵੇ। ਕੀ ਅਸੀਂ ਓਬਾਮਾ ਕੇਅਰ ਵਾਲੀ ਚੀਜ਼ਾਂ ਤੋਂ ਕੋਈ ਚੀਜ਼ ਸਿੱਖੀ ਹੈ? ਤੇ ਸੈਕੰਡਲੀ ਜਿਹੜੀ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਆਊਟ ਆਫ ਹਸਪੀਟਲ ਜਿਹੜੇ ਐਕਸਪੈਂਸਿਸ ਨੇ ਆਊਟ ਆਫ ਪਾਕਟ, ਉਹ ਤੁਹਾਡੇ 70% ਨੇ। ਇੱਕ ਤਾਂ 70% ਕਿਸੇ ਬਿਮਾਰੀ ਦਾ ਪੈਸਾ ਲੋਕੀ ਆਪਣੀ ਪਾਕਟ ਚੋਂ ਖਰਚਦੇ ਨੇ, ਤੇ ਜਿੰਨਾ ਪੈਸਾ ਖਰਚਦੇ ਨੇ ਉਹਦਾ 70% ਉਹ OPD ਵਾਲਾ ਪੈਸਾ ਖਰਚ ਹੁੰਦਾ ਹਸਪਤਾਲ ਦੇ ਵਿੱਚ ਤੋਂ ਨਹੀਂ। ਤੇ ਸਰਕਾਰ ਕਹਿ ਰਹੀ ਹੈ ਕਿ ਇਹ ਜਿਹੜਾ ਪੈਸਾ ਸਿਰਫ ਉਹਨਾਂ ਨੂੰ ਮਿਲਣਾ ਜਿਹੜੇ ਹਸਪਤਾਲ ਦੇ ਵਿੱਚ ਐਡਮਿਟ ਹੋਣਗੇ। ਹਾਊ ਵਿਲ ਇਟ ਵਰਕ ਆਊਟ? ਐਕਚੁਅਲੀ ਤੁਸੀਂ ਬਹੁਤ ਸਹੀ ਗੱਲ ਸ਼ੁਰੂ 'ਚ ਪਕੜੀ ਕਿ ਅਵੇਅਰਨੈਸ ਹੈ ਨਾ। ਇੱਕ ਤੇ ਸਾਡੇ ਪੂਰੇ ਹੈਲਥ ਸਿਸਟਮ ਦੇ ਵਿੱਚ ਅਸੀਂ ਕੋਈ ਪ੍ਰੋਵੀਜ਼ਨ ਨਹੀਂ ਰੱਖਦੇ ਅਵੇਅਰਨੈਸ ਦਾ, ਐਕਸੈਪਟ ਕਿ ਹਾਂ ਕਦੀ ਟੈਲੀਵਿਜ਼ਨ ਤੇ ਐਡ ਹੋਏਗੀ ਹੈ ਨਾ, ਰੇਡੀਓ ਤੇ ਐਡ ਹੋਏਗੀ, ਪੋਸਟਰਸ ਲੱਗੇ ਹੋਣਗੇ, ਪਰ ਉਹ ਪੋਸਟਰਸ ਸਾਡੀਆਂ ਐਡਸ ਜਿਹੜੀਆਂ ਉਹ ਸਕੀਮ ਦੇ ਬਾਰੇ ਜ਼ਿਆਦਾ ਗੱਲ ਕਰਦੀਆਂ, ਮਤਲਬ ਸਕੀਮ ਦੇ ਨਾਮ ਦੇ ਬਾਰੇ, ਟਾਈਟਲ ਕੀ ਹੈ ਨਾ, ਪਰ ਉਹਦੇ ਵਿੱਚ ਪ੍ਰੋਵੀਜ਼ਨਸ ਕੀ ਹੈ ਉਹਦੇ ਤੇ ਬਹੁਤ ਘੱਟ ਗੱਲ ਹੁੰਦੀ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ ਕਿ ਜਿਵੇਂ ਸਾਡੀ ਜਨਨੀ ਸੁਰੱਖਿਆ ਯੋਜਨਾ ਹੈ, ਠੀਕ ਹੈ, ਅਸੀਂ ਉਹਦੇ ਵਿੱਚ ਕਿਹਾ ਹੋਇਆ ਕਿ 700 ਰੁਪਇਆ ਮਿਲੇਗਾ। ਜਦ ਤੱਕ ਅਸੀਂ 700 ਰੁਪਏ ਨੂੰ ਹਾਈਲਾਈਟ ਨਹੀਂ ਕੀਤਾ ਉਹ ਸਕੀਮ ਉਨੀ ਕਾਮਯਾਬ ਨਹੀਂ ਹੋਈ। ਠੀਕ ਹੈ, ਉਦੋਂ ਹੀ ਕਾਮਯਾਬ ਹੋਈ ਜਦੋਂ ਅਸੀਂ 700 ਰੁਪਏ ਨੂੰ ਹਾਈਲਾਈਟ ਕੀਤਾ। ਉਸ ਤੋਂ ਪਹਿਲੇ ਤੱਕ 4-5 ਸਾਲ ਸਾਡੀ ਇਹ ਸਕੀਮ ਨਹੀਂ ਕਾਮਯਾਬ। ਪੀਪਲ ਨੀਡ ਟੂ ਸੀ ਕਿ ਬੈਨੀਫਿਟ ਕੀ ਹੋਏਗਾ, ਬੈਨੀਫਿਟ ਕੀ ਹੈ, ਔਰ ਅਸੀਂ ਬੈਨੀਫਿਟ ਤੇ ਜ਼ਿਆਦਾ ਜ਼ੋਰ ਨਹੀਂ ਦਿੰਦੇ, ਅਸੀਂ ਜ਼ਿਆਦਾ ਇਹਨੂੰ ਮਤਲਬ ਉਹੀ ਪੋਲੀਟੀਕਲ ਇਸ਼ੂ ਬਣਾ ਕੇ ਜਾਂ ਕੁਝ ਕਰਕੇ ਹਾਈਲਾਈਟ ਕਰਦੇ ਹਾਂ। ਸੋ ਉਹਦੇ ਚਾਂਸਸ ਤਾਂ ਬਹੁਤ ਘੱਟ ਲੱਗਦੇ ਆ ਮੈਨੂੰ। ਤੇ ਜਿਹੜੀ ਵੈਲਨੈਸ ਸੈਂਟਰ ਦੀ ਵੀ ਅਸੀਂ ਗੱਲ ਕਰ ਰਹੇ ਸੀ ਹੁਣੇ, ਮੈਂ ਉਹਦੇ ਵਿੱਚ ਵੀ ਕੁਝ ਐਡ ਕਰਨਾ ਚਾਹੁੰਦੀ ਹਾਂ। 'ਚ। 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 '
ਜਦੋਂ ਅਸੀਂ ਆਪਣੇ ਲੋਕਾਂ ਨੂੰ ਟ੍ਰੇਨ ਕੀਤਾ ਹੋਇਆ ਕਿ ਜਾਂ ਨਰਸਿਸ ਚਾਹੇ ਅਸੀਂ ਰੱਖੀਏ ਉਹਨਾਂ ਨੂੰ ਅਸੀਂ ਟ੍ਰੇਨ ਕੀਤਾ ਹੈ ਕਿ ਵੈਲਨੈਸ ਦਾ ਮਤਲਬ ਕੀ ਹੈ। ਠੀਕ ਹੈ, ਹਾਲੇ ਤੱਕ ਅਸੀਂ ਜਿੰਨੀ ਐਜੂਕੇਸ਼ਨ ਸਾਡਾ ਸਿਸਟਮ ਚੱਲ ਰਿਹਾ ਉਹਦੇ ਵਿੱਚ ਅਸੀਂ ਸਿਰਫ ਇਹ ਐਜੂਕੇਸ਼ਨ ਦੇ ਰਹੇ ਹਾਂ ਕਿ ਕਿਉਰ ਕੀ ਹੈ ना, बीमारी की है और इलाज की है ना, बीमारी है ਇਹਦਾ ਇਲਾਜ ਹੈ। ਪ੍ਰੀਵੈਂਸ਼ਨ ਤਾਂ ਠੀਕ ਹੈ ਅਸੀਂ ਥੋੜਾ ਬਹੁਤ ਜ਼ੋਰ ਲਗਾ ਰਹੇ ਹਾਂ ਪਰ ਕੋਈ ਅੰਨਾ ਨਹੀਂ ਹੋਈ ਹੈ ਟਬੈਕੋ ਤੇ ਕਰ ਲਿਆ ਹੈ ਨਾ, ਬਸ ਅੰਨਾ ਹਾਂ ਬਸ ਥੋੜਾ ਅਸੀਂ ਇੱਧਰ ਉੱਧਰ ਟੱਚ ਕੀਤਾ ਹੋਇਆ ਪਰ ਅਸਲ ਚ ਵੈਲਨੈਸ ਕੀ ਹੈ ਉਹਦੇ ਤੇ ਅਸੀਂ ਕਦੀ ਕੋਈ ਗੱਲ ਨਹੀਂ ਕੀਤੀ, ਨਾ ਕਦੀ ਕਿਸੇ ਨੂੰ ਟ੍ਰੇਨ ਕੀਤਾ, ਨਾ ਉਹਦੀ ਗੱਲ ਕਰਦੇ। ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ ਹੈ ਕਿ ਦਰਅਸਲ ਇਸ ਵਾਰੀ ਵੀ ਅਰੁਣ ਜੈਤਰੇ ਦੀ ਸਪੀਚ ਤੋਂ ਬਾਅਦ ਵੀ ਜਿੰਨਾ ਫੋਕਸ ਲਾਰਜਲੀ ਰਿਹਾ ਹੈ ਉਹ NHPS ਦੇ ਉੱਤੇ ਰਿਹਾ ਕਿਉਂਕਿ ਉਹ ਬੜਾ ਗਲੈਮਰਸ ਹੈ। ਕੋਈ 10 ਕਰੋੜ ਪਰਿਵਾਰ 50 ਕਰੋੜ ਲੋਕਾਂ ਨੂੰ 5 ਲੱਖ ਰੁਪਏ ਮਿਲਣਾ ਹੈ, ਇਹ ਬਹੁਤ ਗਲੈਮਰਸ ਹੈ। ਜਿਹੜਾ ਸੈਕੰਡ ਪਿਲਰ ਸੀ ਤੁਸੀਂ ਗੱਲ ਕੀਤੀ ਹੈ ਵੈਲਨੈਸ ਸੈਂਟਰਸ ਇਨ ਕੰਟੈਂਟ, ਇਹ ਕਿਤੇ ਜ਼ਿਆਦਾ ਗਲੈਮਰਸ ਚੀਜ਼ ਹੈ। ਇਹ ਮੇਰੇ ਘਰ ਦੇ ਕੋਲ ਅਵੇਲੇਬਲ ਹੋਵੇਗਾ, ਇਹਦੇ ਵਿੱਚ ਸਭ ਤੋਂ ਪਹਿਲੀ ਉਹ ਬਿਮਾਰੀ ਦਾ ਹੱਲ ਮਿਲ ਜਾਂਦਾ ਜਿਹੜੀ शायद कुछ सैकड़े रुपए ही मंगती है तो 5 लाख रुपए नहीं मिलती तो ਉਹਦਾ इलाज मिल जाएगा। क्यों डिबेट इस तरीके ਨਾਲ स्क्यू हो जाते हैं, क्यों ਤੁਹਾਡਾ ਇਸ डिबेट ਦੇ ਨਾਲ जुड़ना जरूरी है तो क्यों ये समझना जरूरी है कि सरकार जो कह रही है जुमला है या धरातल ਨੂੰ बदल देने वाली कोई नवी ट्रांसफॉर्मेटिव स्कीम है। ਇੱਥੇ ब्रेक ਤੋਂ ਬਾਅਦ ब्रेक तो बाद फिर स्वागत है जी। चर्चा कर रहे हैं राष्ट्रीय सेहत सुरक्षा योजना NHPS नैशनल हैल्थ प्रोटेक्शन स्कीम जिदा जिक्र जिदा ऐलान बल्कि साडे वित्त मंत्री अरुण जेतले जी ने अपनी बजट स्पीच दे विच कीता है। नाल ही उन्होंने 1.5 लाख वैलनेस सेंटर्स की गल की है। तो क्वेश्चन सिर्फ ये नहीं है कि इन्हां दो चीज़ों के नाल की होएगा, सवाल यह है कि सारा सेहत का जिहड़ा ढांचा साडी सेहत व्यवस्था देश की है वो दरअसल किस स्थिति दे विच है ते जे ये स्कीमां आ जाएंगियां तो कितना वड्डा फायदा हो सकता है या इन्हां दी इंप्लीमेंटेशन दे विच किहड़ियां रुकावटां आ सकदियां ने। साडे नाल चर्चा विच शामिल ने डॉक्टर प्यारे लाल गर्ग जी, डॉक्टर मनमीत कौर जी अते डॉक्टर शंकर प्रिंजा जी। डॉक्टर शंकर प्रिंजा जी ਜਿਹੜੇ ਫਾਰਮਰ ਹੈਲਥ ਸੈਕਟਰੀ ਸਾਡੇ ਰਹੇ ਨੇ ਕੇ ਸੁਜਾਤਾ ਰਾਓ ਔਰ ਬੜੀ ਦੇਰ ਤੋਂ ਉਹਨਾਂ ਦਾ ਤੇ ਬੜਾ ਸਟਰੋਂਗ ਕੰਮ ਹੈ। ਮੈਂ ਉਹਨਾਂ ਦੀ ਕਿਤਾਬ ਤੋਂ ਬੜਾ ਪ੍ਰਭਾਵਿਤ ਸੀ, ਡੂ ਵੀ ਕੇਅਰ, ਜਿਨ੍ਹਾਂ ਨੇ ਹੈਲਥ ਪਾਲਿਸੀਜ਼ ਨੂੰ ਬੜੇ ਅੱਛੇ ਤਰੀਕੇ ਨਾਲ ਐਨਾਲਾਈਜ਼ ਕੀਤਾ। ਉਹਨਾਂ ਨੇ ਕਿਹਾ ਪ੍ਰੋਗਰਾਮ ਬੜਾ ਬੋਲਡ ਹੈ ਤੇ ਮੈਨੂੰ ਖੁਸ਼ੀ ਹੋਈ। ਅੱਗੇ ਉਹਨਾਂ ਨੇ ਲਿਖਿਆ ਰੈਕਲੈਸਲੀ ਐਂਬੀਸ਼ੀਅਸ ਹੈ, ਬਿਨਾਂ ਸੋਚੇ ਸਮਝੇ ਉਹ ਕਹਿੰਦੇ ਇੰਨਾ ਜ਼ਿਆਦਾ ਤੁਸੀਂ ਵੱਡਾ ਪ੍ਰੋਗਰਾਮ ਅਨਾਉਂਸ ਕਰ ਦਿੱਤਾ ਹੈ ਤੇ ਹੈਲਥ ਸੈਕਟਰ ਇੱਕ ਲੰਬੇ ਸਮੇਂ ਤੋਂ ਇਗਨੋਰਡ ਹੈ ਤੇ ਇੰਪਲੀਮੈਂਟੇਸ਼ਨ ਚੈਲੰਜ ਹੈ। ਜੇ ਇੰਪਲੀਮੈਂਟੇਸ਼ਨ ਚੈਲੰਜ ਹੈ ਤਾਂ ਸਾਨੂੰ ਇਹ ਸੀ ਕਿ ਸ਼ਾਇਦ ਪੈਸਾ ਘੱਟ ਹੋਵੇਗਾ। ਇਹ ਹੁਣੇ ਸਾਡੇ ਸਿਹਤ ਮੰਤਰੀ JP ਨੱਡਾ ਜੀ ਦੀ ਇੰਟਰਵਿਊ ਛਪੀ ਹੈ, ਇਹਨਾਂ ਨੇ ਕਿਹਾ ਪੈਸੇ ਦੀ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ, ਬਜਟ ਇਜ਼ ਨਾਟ ਐਨ ਇਸ਼ੂ ਤੇ ਇਹ ਇਨ ਐਨੀ ਕੇਸ ਡਿਮਾਂਡ ਬੇਸਡ ਹੈ ਤਾਂ ਬਜਟ ਰੋਕਿਆ ਹੀ ਨਹੀਂ ਜਾ ਸਕਿਆ। ਹਿੰਦੀ ਚ ਉਹਨਾਂ ਨੇ ਕਿਹਾ ਕਰਨਾ ही है। तो मेरा सवाल तो है कर ही देंगे क्या, हो ही जाएगा क्या? देखिए ऐसा है कि ये जो नेशनल हेल्थ प्रोटेक्शन स्कीम है या कोई भी इस तरह का मॉडल जो ये केयर का इम्प्लीमेंट करें, चाहे वो ट्रस्ट मॉडल हो चाहे वो बीमा मॉडल हो, जिस तरह से हम बात कर रहे थे, एक बेसिक सॉलिड फाउंडेशन चाहिए होती है फॉर एनी सच प्रोग्राम को टू सक्सीड। वो फाउंडेशन होती है प्राइमरी हेल्थ केयर की। जितने अगर हम अपने आस-पास के देशों को भी देखें, उन्होंने जिदा थाईलैंड का असी एग्जाम्पल जे लईए, उत्थे कहने आ कि उत्थे यूनिवर्सल हेल्थ कवरेज हैगी है, उन्होंने उत्थे भी इहो जिहा इंश्योरेंस प्रोग्राम ही चल के उत्थे यूनिवर्सल कवरेज स्कीम लाई, उन्होंने लॉन्च की तो उहदा सक्सैस भी होया। बट उहदा बेसिस सीगा कि साडा बेसिक जिहड़ा फाउंडेशन सीगा, जिहड़ा प्राइमरी हेल्थ नैटवर्क सीगा सर्विसेज दा, वो बड़ा स्ट्रोंग सीगा। दूजा सानू ना पब्लिक सैक्टर जब तक स्ट्रोंग नहीं होएगा, इहो जिहड़ी कोई भी स्कीम आंदी है ਉਹਦੀ ਸਕੀਮ ਵਿੱਚ ਅਲਟੀਮੇਟਲੀ ਤੁਸੀਂ ਕੇਅਰ ਲੈਣੀ ਹੈ ਕਿਸੇ ਤੋਂ, ਉਹ ਤੁਸੀਂ ਪਬਲਿਕ ਤੋਂ ਵੀ ਲਓਗੇ ਤੇ ਤੁਸੀਂ ਪ੍ਰਾਈਵੇਟ ਤੋਂ ਵੀ ਲਓਗੇ। ਇੰਸ਼ੋਰੈਂਸ ਦੀ ਇੱਕ ਬੜੀ ਖਾਸ ਚੀਜ਼ ਹੈਗੀ ਹੈ, ਇੰਸ਼ੋਰੈਂਸ ਨਾ ਜਿਹੜਾ ਤੁਸੀਂ ਜਦੋਂ ਕਾਰ ਦੀ ਇੰਸ਼ੋਰੈਂਸ ਕਰਾਓ ਉਹ ਬੜੀ ਸਕਸੈਸਫੁਲ ਹੈਗੀ ਹੈ, ਕਿਉਂਕਿ ਜਦੋਂ ਤੁਸੀਂ ਕਾਰ ਦੀ ਇੰਸ਼ੋਰੈਂਸ ਕਰਾਉਣ ਜਾਂਦੇ ਹੋ ਤੁਹਾਨੂੰ ਵੀ ਪਤਾ ਹੈ ਕਿ ਕਾਰ ਦੇ ਵਿੱਚ ਕੀ ਪ੍ਰੋਬਲਮ ਆ ਸਕਦੀ ਹੈ, ਤੇ ਜਿਹੜਾ ਦੂਜਾ ਬੰਦਾ ਜਿਹਨੇ ਇੰਸ਼ੋਰੈਂਸ ਕਰਨੀ ਹੈ ਉਹਨੂੰ ਵੀ ਪਤਾ ਹੈ ਕਾਰ ਉਹਦੀ ਕੀ, ਐਵਰੀਥਿੰਗ ਇਜ਼ ਡਿਫਾਈਨਡ। ਇੱਥੇ ਹੈਲਥ ਕੇਅਰ ਵਿੱਚ ਕੀ ਹੁੰਦਾ ਹੈ, ਤੁਸੀਂ ਜਾਂਦੇ ਹੋ ਕਿਸੇ ਡਾਕਟਰ ਕੋਲ, ਉਹ ਡਾਕਟਰ ਨੂੰ ਤੁਹਾਡੇ ਤੋਂ ਬਹੁਤ ਜ਼ਿਆਦਾ ਪਤਾ ਹੈ ਤੇ ਪੇਸ਼ੈਂਟ ਨੂੰ ਬਹੁਤ ਘੱਟ ਪਤਾ ਹੈ। ਤੇ ਜਦੋਂ ਇਹੋ ਜਿਹਾ ਏਸਿਮੈਟਰੀ ਆਫ ਇਨਫੋਰਮੇਸ਼ਨ ਹੁੰਦੀ ਹੈ ਨਾ, ਜਿਹੜੀ ਇਨਫੋਰਮੇਸ਼ਨ ਤੁਹਾਡੇ ਕੋਲ ਘੱਟ ਤੇ ਜਿਹੜਾ ਡਾਕਟਰ ਕੋਲ ਬਹੁਤ ਜ਼ਿਆਦਾ, ਪ੍ਰੋਵਾਈਡਰ ਕੋਲ ਬਹੁਤ ਜ਼ਿਆਦਾ ਹੈ, ਇਹੋ ਜਿਹੀ ਸਿਚੁਏਸ਼ਨ ਵਿੱਚ ਡਾਕਟਰ ਡਿਸੀਜਨ ਲੈਂਦਾ ਹੈ ਕਿ ਪੇਸ਼ੈਂਟ ਨੂੰ ਕੀ ਚਾਹੀਦਾ ਹੈ ਤੇ ਇਹਦੇ ਵਿੱਚ ਕੇਅਰ ਉਹ ਓਵਰ ਪ੍ਰੋਵਾਈਡ ਵੀ ਹੋ ਸਕਦੀ ਹੈ
ਅੰਡਰ ਇਹਦੇ ਵਿੱਚ ਬੇਸਿਕਲੀ ਕੀ ਹੈ, ਤੁਸੀਂ ਇੱਕ ਸਿਰ ਦਰਦ ਦਾ ਇਲਾਜ ਇੱਕ ਪੈਰਾਸੀਟਾਮੋਲ ਦੇ ਕੇ ਜਾਂ ਬਰੂਫਨ ਦੇ ਕੇ ਵੀ ਦੇ ਸਕਦੇ ਹੋ, ਤੇ ਉਹਦਾ ਸੇਮ ਚੀਜ਼ ਦਾ ਇਲਾਜ ਤੁਸੀਂ ਇੱਕ ਪਹਿਲੇ ਸੀਟੀ ਸਕੈਨ ਵੀ ਕਰਾ ਸਕਦੇ ਹੋ, ਇੱਕ ਐਮਆਰਆਈ ਵੀ ਕਰਾ ਸਕਦੇ ਹੋ। ਪਤਾ ਕੀ ਕਰ ਰਹੇ ਨੇ ਆਮ ਲੋਕ ਸ਼ਿਕਾਇਤ ਕਰਦੇ ਨੇ, ਡਾਕਟਰ ਸਾਹਿਬ ਥੋੜੀ ਜਿਹੀ ਇੱਥੇ ਦਰਦ ਹੋਈ ਹੈ ਤੇ ਡਾਕਟਰ ਸਾਹਿਬ ਕਹਿੰਦੇ ਅੰਦਰ ਪੈ ਜਾਓ, ਐਂਜੀਓਪਲਾਸਟੀ ਹੋਣ ਲੱਗੀ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਐਸੇ ਨਹੀਂ ਕਹਿੰਦੇ ਕਿ ਉਹ ਸਬਸੈਂਟਰ ਇਹ ਜਿਹੜਾ ਡਾਟਾ ਵੀ ਆਇਆ ਉਸ ਵੇਲੇ ਕਿ ਸਡਨਲੀ ਸਟੈਂਟਸ ਦੇ ਸਭ ਦੇ ਰੇਟ ਜਿਹੜੇ ਬੜੇ ਵੱਧ ਜਾਂਦੇ ਨੇ, ਤੇ ਬੇਸਿਕਲੀ ਇਹਦਾ ਬੇਸਿਕ ਮੀਨਿੰਗ ਕੀ ਹੈਗਾ ਕਿ ਕੋਈ ਵੀ ਇਹੋ ਜਿਹੀ ਸਕੀਮ ਹੋਏਗੀ, ਪਹਿਲਾ ਪ੍ਰੀ ਰਿਕੁਇਜ਼ਿਟ ਹੈ ਪ੍ਰਾਇਮਰੀ ਹੈਲਥ ਕਵਰੇਜ ਬੜਾ ਸਟਰੋਂਗ ਚਾਹੀਦੀ ਹੈ ਇਹਦੇ ਵਿੱਚ, ਤਾਂ ਕਿ ਜਿਹੜੀ ਬੇਸਿਕ ਸਰਵਿਸਿਜ਼ ਦੀ ਓਪੀਡੀ ਉਹ ਲੋਕਾਂ ਨੂੰ ਪ੍ਰੋਵਾਈਡ ਹੋਏ। ਦੂਜੀ ਮੋਨੀਟਰਿੰਗ ਐਂਡ ਰੈਗੂਲੇਸ਼ਨ ਜਿਹੜੀ ਹੈਗੀ ਨਾ ਉਹ ਬਹੁਤ ਸਟਰੋਂਗ ਚਾਹੀਦੀ ਹੈ। ਜੇ ਮੋਨੀਟਰਿੰਗ ਐਂਡ ਰੈਗੂਲੇਸ਼ਨ ਦਾ ਸਿਸਟਮ ਨਹੀਂ ਸਟਰੋਂਗ ਹੋਏਗਾ ਤੇ ਸਕੀਮ ਦੀ ਸਕਸੈਸ ਦੇ ਚਾਂਸਸ ਘੱਟ ਜਾਂਦੇ ਨੇ। ਡਾਕਟਰ ਮਨਮੀਤ ਕੌਰ, ਤੁਸੀਂ ਹੈਲਥ ਪ੍ਰੋਮੋਸ਼ਨ 'ਚ ਕੰਮ ਕਰਦੇ, ਮੈਂ ਤੁਹਾਨੂੰ ਇਸ ਲਈ ਪੁੱਛ ਰਿਹਾ ਕਿਉਂਕਿ ਇਹ ਜਿਸ ਵੇਲੇ ਇੰਨੀ ਵੱਡੀ ਸਕੀਮ ਆਉਂਦੀ ਨਾ ਤੇ ਡਾਕਟਰ ਸਾਹਿਬ ਨੇ ਕਿਹਾ ਕਿ ਬੜੀ ਅੱਛੀ ਗੱਲ ਹੈ ਜੀ, ਹੈਲਥ ਦਾ ਮਾਮਲਾ ਪੋਲੀਟੀਕਲ ਪੇੜ ਦੇ ਵਿੱਚ ਸਾਹਮਣੇ ਆਇਆ, ਪਬਲਿਕ ਡਿਸਕੋਰਸ ਦਾ ਹਿੱਸਾ ਬਣਿਆ, ਇਹਦੇ ਨਾਲ ਬੜਾ ਫਾਇਦਾ ਹੋਵੇਗਾ। ਤੁਸੀਂ ਮੈਨੂੰ ਦੱਸੋ, ਜੇ ਪਬਲਿਕ ਡਿਸਕੋਰਸ ਦਾ ਹਿੱਸਾ ਸੱਚਮੁੱਚ ਬਣ ਜਾਵੇ ਨਾ ਤੇ ਲੋਕ ਘੱਟੋ ਘੱਟ ਇਸ ਡਿਬੇਟ ਦੇ ਵਿੱਚ ਤਾਂ ਡਿਮਾਂਡ ਕਰਨਗੇ ਕਿ ਜੀ ਇਹ ਦੱਸ ਦਿਓ ਕਿ ਪਿਛਲੇ ਸਾਲ ਬਜਟ ਕਿੰਨਾ ਸੀ ਹੈਲਥ ਡਿਪਾਰਟਮੈਂਟ ਦਾ ਤੇ ਇਸ ਸਾਲ ਦਾ ਕਿੰਨਾ, ਤੇ ਉਹ ਜੇ ਮੈਂ ਦੇਖਾਂ ਤੇ ਸਨ 2018-19 ਦਾ ਜਿਹੜੀ ਐਲੋਕੇਸ਼ਨ ਸਾਡੀ ਹੁਣ ਹੋਈ ਹੈ ਉਹ ਹੈ 52,800 ਕਰੋੜ, ਤੇ ਰਿਵਾਈਜ਼ਡ ਐਸਟੀਮੇਟ ਜਿਹੜਾ ਪਿਛਲੇ ਸਾਲ ਦਾ ਸੀ ਉਹ 51,550 ਕਰੋੜ ਹੈ। ਸੋ 2.5% ਦੀ ਇਨਕਰੀਜ਼ ਹੈ, ਜਿਹਦਾ ਮਤਲਬ ਹੈ ਇਨ ਰੀਅਲ ਟਰਮਸ ਜੇ ਪਰਸੈਂਟੇਜ ਆਫ ਜੀਡੀਪੀ ਦੇ ਹਿਸਾਬ ਨਾਲ ਦੇਖੀਏ ਤਾਂ ਦਰਅਸਲ ਹੈਲਥ ਦਾ ਬਜਟ ਜਿਹੜਾ ਹੈ ਉਹ ਡਿਕਲਾਈਨ ਹੋਇਆ, ਬਿਲਕੁਲ ਠੀਕ ਤੁਸੀਂ ਤੇ ਜਿਹੜੀ ਸਰਕਾਰ ਇਹ ਕਹਿ ਰਹੀ ਹੈ ਕਿ ਬਜਟ ਹੈਲਥ ਦਾ ਤੁਹਾਡਾ ਘਟਾ ਦਿੱਤਾ ਹੈ, ਉਹ ਸਰਕਾਰ ਤੇ ਬਾਰੇ ਲੋਕ ਇਹ ਕਹਿ ਰਹੇ ਨੇ ਕਿ ਦੇਖੋ ਜੀ ਹੈਲਥ ਦਾ ਮੁੱਦਾ ਸੈਂਟਰ ਸਟੇਜ ਤੇ ਆ ਗਿਆ। ਇਹ ਤੇ ਸਰਕਾਰਾਂ ਤੇ ਅਰਦਾਸ ਕਰਨਗੀਆਂ ਆ ਨਾ ਜਾਵੇ ਕਿਤੇ ਮੁੱਦਾ ਸੈਂਟਰ ਸਟੇਜ। ਇਸ ਸਭ ਦੇ ਵਿੱਚ ਕਿਵੇਂ ਇੰਪਲੀਮੈਂਟ ਹੋਏਗਾ? ਬਿਲਕੁਲ ਇਹ ਐਕਚੁਅਲੀ ਮਤਲਬ ਇਹਦੇ ਚ ਦੋ ਹਿੱਸੇ ਹੈ। ਪਹਿਲੀ ਗੱਲ ਤੇ ਅਸੀਂ ਸੋਚਦੇ ਬਹੁਤ ਵੱਡਾ, ਠੀਕ ਹੈ, ਪਰ ਕਰਨ ਮੁਝੇ ਇਤਰਾਜ਼ ਨਹੀਂ, ਐਂਬੀਸ਼ੀਅਸ ਸੋਚਣਾ ਚਾਹੀਦਾ ਹੈ, ਕੋਈ ਪ੍ਰੋਬਲਮ ਨਹੀਂ ਹੈ, ਪਰ ਉਹਦੇ ਨਾਲ ਪਿੱਛੇ ਲਾਈਨ ਤਾਂ ਸਾਰੀ ਤਿਆਰ ਕਰ ਲਓ ਨਾ ਪਹਿਲੇ। ਤੁਸੀਂ ਬਹੁਤ ਵੱਡਾ ਸੋਚ ਲਿਆ, ਔਰ ਇਸ ਲਈ ਸ਼ਾਇਦ ਜਿੰਨੀਆਂ ਵੀ ਅਸੀਂ ਪਾਲਿਸੀਜ਼ ਬਣਾਉਂਦੇ ਆ ਪੇਪਰ ਤੇ ਬਹੁਤ ਵਧੀਆ ਹੁੰਦੀਆਂ, ਜਦੋਂ ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਨਹੀਂ ਹੁੰਦੀਆਂ। ਇਹ ਬਿਲਕੁਲ ਠੀਕ ਹੈ, ਇਹ ਬਿਲਕੁਲ ਠੀਕ ਹੈ। ਮੈਂ ਨਾ ਔਰ ਦੂਜੀ ਗੱਲ ਇਹ ਹੈ ਕਿ ਜਿਹੜੀ ਡਿਮਾਂਡ ਦੀ ਗੱਲ ਹੈ, ਡਿਮਾਂਡ ਤਾਂ ਆਏਗੀ। ਹੁਣੇ ਡਾਕਟਰ ਸ਼ੰਕਰ ਨੇ ਕਿਹਾ ਕਿ ਏਸਿਮੈਟਰੀ ਆਫ ਨੌਲੇਜ ਹੈ, ਕਿਹੜਾ ਪਲੇਟਫਾਰਮ ਹੈ ਜਿੱਥੇ ਅਸੀਂ ਉਹਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਕਦੀ ਉਹਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕਰਦੀ। ਅਸੀਂ ਹਮੇਸ਼ਾ ਉਸ ਪਾਵਰ ਰਿਲੇਸ਼ਨਸ਼ਿਪ ਦੇ ਵਿੱਚ ਫਸੇ ਰਹਿੰਦੇ ਹਾਂ ਔਰ ਉਹਦੇ ਵਿੱਚ ਹੀ ਚੱਲਦੇ ਜਾਂਦੇ ਹਾਂ। ਮਤਲਬ ਲੋਕਾਂ ਦੀ ਇਨਫੋਰਮੇਸ਼ਨ ਕਿੰਨੇ ਵੀ ਘੱਟ ਹੋਏ ਡਾਕਟਰ ਮਨਮੀਤ ਕੌਰ, ਲੋਕਾਂ ਨੂੰ ਜਮਾ ਘਟਾਓ ਤੇ ਕਰਨਾ ਆਉਂਦਾ ਨਹੀਂ। ਜਮਾ ਮੈਂ ਸਿਰਫ ਤਾਂ ਕਹਿ ਰਿਹਾ 1.5 ਲੱਖ ਵੈਲਨੈਸ ਸੈਂਟਰਸ ਖੋਲਨੇ ਆ ਤੇ 1200 ਕਰੋੜ ਰੁਪਇਆ ਦਿੱਤਾ। ਇਹ ਵੈਸੇ ਅੱਛਾ ਲੱਗ ਰਿਹਾ ਸੀ, ਮੈਂ ਉਹਨੇ ਡਿਵਾਈਡ ਕੀਤਾ ਤਾਂ 80,000 ਰੁਪਏ ਪਰ ਸਬ ਸੈਂਟਰ ਆ ਰਿਹਾ ਤੇ ਮਿਨੀਮਮ ਵੇਜ ਨਹੀਂ ਬੰਦੀ 4 ਮਹੀਨੇ 80,000 ਰੁਪਏ ਪਰ ਸਬ ਸੈਂਟਰ ਦੇ ਵਿੱਚੋਂ। ਇਹ ਮੇਰੇ ਕੋਲ ਹੈਲਥ ਮਿਨਿਸਟਰੀ ਦੇ ਰੂਰਲ ਹੈਲਥ ਸਟੈਟਿਸਟਿਕਸ ਨੇ, ਇਹ ਹੈਲਥ ਮਿਨਿਸਟਰੀ ਦੇ ਆਪਣੇ ਨੇ, ਉਹਨਾਂ ਦਾ ਸਬ ਸੈਂਟਰ ਜਿਹੜੇ ਨੇ ਪੂਅਰ ਇਨਫਰਾਸਟ੍ਰਕਚਰ ਹੈ, ਸਟਾਫ ਹੈ ਨਹੀਂ, ਇਕਵਿਪਮੈਂਟ ਹੈ ਨਹੀਂ। 1,56,231 ਸਬ ਸੈਂਟਰ ਨੇ ਜੀ, ਜਿਹਦੇ ਵਿੱਚੋਂ 17,000 ਦਾ ਮਤਲਬ ਹੈ 11%, ਕੇਵਲ 11% ਹੀ ਇੰਡੀਅਨ ਪਬਲਿਕ ਹੈਲਥ ਸਟੈਂਡਰਡਸ ਦੇ ਅਨੁਸਾਰ ਨੇ। ਬਿਲਕੁਲ ਇਹ 21 ਮਾਰਚ 2017 ਤੱਕ ਦੀ ਰਿਪੋਰਟ ਹੈ। ਤੇ 20% ਸਬ ਸੈਂਟਰਸ ਦੇ ਕੋਲ ਤਾਂ ਰੈਗੂਲਰ ਪਾਣੀ ਦੀ ਸਪਲਾਈ ਵੀ ਨਹੀਂ ਹੈ। 23% ਸਬ ਅੱਛਾ ਇਹਨਾਂ ਕੋਲ ਬਿਜਲੀ ਨਹੀਂ ਹੈ। ਇੱਥੇ ਸਟਰਲਾਈਜੇਸ਼ਨ ਵਗੈਰਾ ਕਿੱਦਾਂ ਕਰਦੇ ਹੋਣਗੇ ਤਾਂ ਕਹਿੰਦੇ ਸਮਝ ਤੋਂ ਬਾਹਰ ਹੈ। ਉਹ ਅਸੀਂ ਦੇਖਿਆ ਹੋਇਆ ਕਿ ਕੀ ਹੁੰਦਾ। 1/4 ਜਿਹੜਾ ਲਗਭਗ ਉਹਦੇ ਕੋਲ ਬਿਜਲੀ ਦਾ ਕਨੈਕਸ਼ਨ ਨਹੀਂ ਹੈ। 6,000 ਸਬ ਸੈਂਟਰ ਕੋਲ ਕੋਈ ਫੀਮੇਲ ਹੈਲਥ ਵਰਕਰ ਨਹੀਂ ਹੈ। 1 ਲੱਖ ਦੇ ਕੋਲ ਕੋਈ ਮੇਲ ਹੈਲਥ ਵਰਕਰ ਨਹੀਂ ਹੈ। ਜਮਾ ਘਟਾਓ ਤਾਂ ਕਰ ਲੈਣਗੇ। 4,243 ਕੋਲ ਨਾ ਫੀਮੇਲ ਹੈ ਤੇ ਨਾ ਮੇਲ ਹੈ। ਮਤਲਬ ਉੱਥੇ ਕੱਲਾ ਕਮਰਾ ਹੈਗਾ ਤੇ ਮੇਜ ਹੈਗਾ, ਬੰਦਾ ਹੈ ਨਹੀਂ ਕੋਈ। ਇਹ ਸਾਡੇ ਸਬ ਸੈਂਟਰ ਚੱਲ ਰਹੇ ਨੇ ਤੇ 80,000 ਰੁਪਏ ਨਾਲ ਇਹ ਸਭ ਕਿਵੇਂ ਹੋ ਜਾਏਗਾ? ਦੇਖ ਲਓ ਤੁਸੀਂ, ਹੋਰ ਏਐਨਐਮ ਕਿੱਥੋਂ ਆ ਜਾਏਗੀ ਔਰ ਏਐਨਐਮ ਰੱਖ ਕੇ ਫਿਰ ਉਹ ਪੋਲੀਟੀਕਲ ਇਸ਼ੂ ਹੋ ਜਾਏਗਾ। ਹੁਣ ਇਹ ਸਾਹਿਬ ਦੀ ਰੋਸ਼ਨੀ ਚ ਮੈਨੂੰ ਦੱਸੋ ਮੋਦੀ ਕੇਅਰ ਕਿਵੇਂ ਚੱਲੇਗੀ ਤੇ ਇਹਦੇ ਚ ਵੋਟਾਂ ਕਿੱਦਾਂ ਆਣਗੀਆਂ? ਇੱਕ ਤਾਂ ਸਿਹਤ ਕਿੱਦਾਂ ਚੰਗੀ ਆਏਗੀ ਤੇ ਵੋਟਾਂ ਡਾਕਟਰ ਸਾਹਿਬ ਕਿੱਦਾਂ? ਮੈਂ ਦੱਸਦਾ, ਵੋਟਾਂ ਇਸ ਕਰਕੇ ਆਣਗੀਆਂ ਕਿ ਆਪਾਂ ਡਿਸਕਸ ਕਰ ਰਹੇ ਹਾਂ ਉਰੇ ਇਹੀ ਸਕੀਮ ਐਗਜ਼ੈਕਟਲੀ। ਹਾਂ ਇਹੀ ਸਕੀਮ ਐਗਜ਼ੈਕਟਲੀ ਆ ਜਾਣਗੀਆਂ। ਇਹੀ ਸਕੀਮ ਐਗਜ਼ੈਕਟਲੀ 1.5 ਲੱਖ ਵੈਲਨੈਸ ਸੈਂਟਰ ਤੇ 1 ਲੱਖ ਦਾ ਬੀਮਾ 10 ਕਰੋੜ ਲੋਕਾਂ ਵਾਸਤੇ 2016 ਦੇ ਬਜਟ ਅਨਾਉਂਸ ਆ। ਮੇਰੇ ਕੋਲ ਬਜਟ ਸਪੀਚ ਪਈ ਹੈ ਅਰੁਣ ਜੇਤਲੀ ਦੀ। ਸੇਮ ਸਕੀਮ ਜਿਹਦੇ ਚ 1 ਲੱਖ ਦਾ ਬੀਮਾ ਸੀ, 1.5 ਲੱਖ ਵੈਲਨੈਸ ਸੈਂਟਰ ਸੀ। ਉਹ 1 ਲੱਖ ਬੀਮੇ ਦੀ ਸਕੀਮ ਅੱਜ ਤੱਕ ਕੈਬਨਿਟ ਚ ਅਪਰੂਵ ਨਹੀਂ ਹੋਈ। 30,000 ਰੁਪਏ ਦਾ ਕਵਰ ਸੀਗਾ RBYS, ਰਾਸ਼ਟਰੀ ਸਿਹਤ ਬੀਮਾ ਯੋਜਨਾ ਚ। ਬਿਲਕੁਲ ਉਹਦੇ ਵਿੱਚ ਇਨਡੋਰ ਤੇ ਕੁਝ ਸਪੈਸਿਫਿਕ ਡਿਜ਼ੀਜ਼ 5 ਮੈਂਬਰ ਦੀ ਫੈਮਿਲੀ ਸੀ। 5 ਮੈਂਬਰ ਨੂੰ ਮਿਲਣਾ ਔਰ 5 ਮੈਂਬਰ ਦੀ ਕੈਪ ਚ ਵੀ ਕਹਾ ਕੀ ਹੈ ਫੈਮਿਲੀ ਸਿਰਫ ਮਾਂ ਬਾਪ ਤੇ ਬੱਚੇ, ਗ੍ਰੈਂਡ ਪੇਰੈਂਟਸ ਨਹੀਂ ਵਿੱਚ ਸ਼ਾਮਲ। ਠੀਕ ਹੋ ਗਿਆ। ਉਸ ਦਾ 750 ਰੁਪਇਆ ਪਰ
ਫੈਮਿਲੀ ਬੀਮੇ ਦੀ ਕਿਸ਼ਤ ਸੀਗੀ ਜੀ, ਆਪਾਂ ਨੂੰ ਕੈਲਕੂਲੇਟ ਤਾਂ ਕਰਨਾ ਹੀ ਪਊਗਾ ਨਾ। ਬਿਲਕੁਲ 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 7 ਕਰੋੜ ਫੈਮਿਲੀ ਉਹਦੇ ਚ ਆਣੀ ਸੀ। ਜਿਹੜੇ ਟੋਟਲ ਬੈਨੀਫਿਸ਼ਰੀ ਆ ਉਹ 3.5 ਕਰੋੜ ਆਏ ਨੇ ਹੁਣ ਤੱਕ ਟੋਟਲ ਬੈਨੀਫਿਸ਼ਰੀ, ਜਾਨ ਕੇ 35-36 ਕਰੋੜ ਦੀ ਬਜਾਏ 33% ਪਾਪੂਲੇਸ਼ਨ ਕਵਰ ਹੋਣੀ ਸੀ। 2019 ਤੋਂ ਚੱਲ ਰਹੀ 8 ਤੋਂ ਸਕੀਮ, ਉਹ 6 ਤੋਂ ਰਾਦਰ ਫਿਰ ਇਹਨਾਂ ਨੇ ਪਿਛਲੇ ਉਦੋਂ 2016 ਚ ਮਰਜ ਕਰਨੀ ਸੀ, ਫਿਰ ਝਗੜਾ ਪੈ ਗਿਆ। 650 ਕਰੋੜ ਰੁਪਏ ਇੱਕ ਵਾਰੀ ਯੂਜ਼ ਹੋਇਆ, ਆ ਪਿਛਲੇ ਸਾਲ 400 ਕਰੋੜ ਯੂਜ਼ ਹੋਇਆ ਉਹਦੇ ਬਿਲਕੁਲ ਬਿਲਕੁਲ। ਤੇ ਇਹ ਸਕੀਮ ਆਫਟਰ ਉਹੀ ਸਰਕਾਰਾਂ ਚਲਾ ਰਹੀਆਂ ਨਾ। ਦੂਜਾ ਪਾਰਟ ਉਹਦੇ ਵਾਸਤੇ ਜਿੱਥੇ 1 ਲੱਖ ਦੀ ਬੀਮੇ ਦੀ ਸਕੀਮ ਸੀ ਉਹਦੇ ਵਾਸਤੇ 6000 ਕਰੋੜ ਦੀ ਪ੍ਰੋਵੀਜ਼ਨ ਸੀ, ਹੁਣ 5 ਲੱਖ ਦੀ ਬੀਮੇ ਦੀ ਸਕੀਮ ਹੈ ਤੇ ਫਿਰ ਘੱਟੋ ਘੱਟ 30,000 ਕਰੋੜ ਤੇ ਇਹ ਕਹਿੰਦੇ ਹੁਣ ਸਾਨੂੰ 10-12,000 ਨਾਲ ਹੀ ਸਰ ਜੂ। ਆਪਾਂ ਦੇਖੋ ਜਿਹੜੀਆਂ ਆ ਮੇਰੇ ਕੋਲ ਪਿਆ ਸਾਰਾ ਕੁਝ ਪਿਆ, ਡਾਟਾ ਮੇਰੇ ਕੋਲ। ਡਾਕਟਰ ਸਾਹਿਬ ਉਹ ਕਹਿ ਰਹੇ ਨੇ 6000 ਮੈਂ ਮੰਨ ਇੱਕ ਤਾਂ ਸਰ ਸਾਰਿਆਂ ਨੂੰ 5 ਲੱਖ ਰੁਪਈਆ ਥੋੜੀ ਲੈਣਾ, ਸਾਰਿਆਂ ਨੇ 5 ਲੱਖ ਹਰੇਕ ਨੂੰ ਮਿਲਣਾ ਵੀ ਨਹੀਂ ਹੈ ਨਾ। ਮੈਂ ਇਸ ਤੇ ਨਹੀਂ ਆ ਰਿਹਾ, ਮੈਂ ਹੋ ਸਕਦਾ ਮੈਨੂੰ ਕੇਵਲ 75,000 ਰੁਪਈਆ ਚਾਹੀਦਾ ਹੋਵੇ। ਤੁਸੀਂ ਉਲਟਾ ਕਰ ਰਹੇ ਹੋ ਮੇਰੀ ਗੱਲ ਨੂੰ। ਮੈਂ ਕਹਿੰਦਾ ਜੇ 1 ਲੱਖ ਦੀ ਕਵਰੇਜ ਦੇਣੀ ਹੈ, ਮੈਂ ਕਵਰੇਜ ਦੀ ਗੱਲ ਕਰਦਾ। ਠੀਕ ਹੈ, 1 ਲੱਖ ਦੀ ਕਵਰੇਜ ਵਾਸਤੇ 10 ਕਰੋੜ ਫੈਮਿਲੀਜ਼ ਨੂੰ 50 ਲੱਖ ਲੋਕਾਂ ਨੂੰ ਤੁਹਾਡੀ ਬੀਮੇ ਦੀ ਜਿਹੜੀ ਕਿਸ਼ਤ 6000 ਕਰੋੜ ਹੈ। ਤੇ ਜੇ ਤੁਸੀਂ 5 ਲੱਖ ਦੀ ਕਰਨੀ ਹੈ ਉਹ 4 ਗੁਣਾ 3 ਗੁਣਾ ਤਾਂ ਹੋਏਗੀ ਹੋਈ। ਸਰ ਉਹਨਾਂ ਨੇ 11,000 ਕਰੋੜ ਦਾ ਸਿੱਧਾ ਪ੍ਰਬੰਧ ਕੀਤਾ ਨਾ, ਦੁੱਗਣਾ ਹੀ ਕਰਿਆ ਨਾ। ਇਹ ਕਿਵੇਂ ਹੋ ਸਕਦਾ ਵੀ ਕਿਸ਼ਤ ਦੁੱਗਣੀ ਹੋਵੇ ਤੇ ਉਹ ਦੂਜਾ ਮੈਂ ਡਾਕਟਰ ਪ੍ਰਿੰਜਾ ਦੀ ਇੱਕ ਲਾਈਨ ਜੀ, ਡਾਕਟਰ ਪ੍ਰਿੰਜਾ ਦੀ ਕਾਰ ਵਾਲੀ ਐਗਜ਼ਾਮਪਲ ਨਾਲ ਮੈਂ ਐਗਰੀ ਨਹੀਂ ਕਰਦਾ। ਉਹ ਹੈਲਥ ਇੰਡੀਵਿਜੂਅਲ ਹੈਲਥ ਇੰਸ਼ੋਰੈਂਸ ਅਸੀਂ ਵੀ ਕਰਾਉਂਦੇ ਹਾਂ, ਲੋਕ ਕਰਾਉਂਦੇ ਨੇ, ਉਹ ਇੰਡੀਵਿਜੂਅਲ ਹੈ। ਇੰਡੀਵਿਜੂਅਲ ਦੀ ਹੈਲਥ ਇੰਸ਼ੋਰੈਂਸ ਦਾ ਪੈਸਾ ਕਿੱਥੋਂ ਆਉਂਦਾ ਹੈ? ਵੀ ਜਦ ਕੋਈ ਬਿਮਾਰ ਹੋ ਗਿਆ ਬਾਕੀ ਨੇ ਕਈਆਂ ਨੇ ਕਿਸ਼ਤਾਂ ਵੀ ਦਿੱਤੀ ਹੋਈ ਹੈ ਜਿਨ੍ਹਾਂ ਨੇ ਕੋਈ ਇਲਾਜ ਕਰਾਇਆ ਹੀ ਨਹੀਂ। ਇੱਥੇ ਬਲਕ ਦੇ ਉੱਤੇ 50 ਕਰੋੜ ਲੋਕਾਂ ਦੀ ਹੈਲਥ ਕਵਰ ਹੋਣੀ ਹੈ। 50 ਕਰੋੜ ਵੱਡਾ ਹੋਏਗਾ, ਜਦੋਂ ਪੂਲ ਵੱਡਾ ਹੋਏਗਾ ਰਿਸੋਰਸਸ ਬੈਟਰ ਯੂਟਿਲਾਈਜ਼ ਮੈਂ ਆ ਰਿਹਾ ਜਦ ਤੁਸੀਂ 50 ਕਰੋੜ ਦਾ ਬੀਮਾ ਕਰਾ ਰਹੇ ਹੋ ਉਹਦੇ ਚੋਂ ਮੈਜੋਰਟੀ ਜਾਂ ਡਿਜ਼ੀਜ਼ਸ ਦੇਖੇ, ਇਹਨਾਂ ਦੀ ਆਪਣੀ ਰਿਪੋਰਟ ਹੈ ਪਿਛਲੇ ਸਾਲ ਦੇ ਬਜਟ ਦੇ ਵਿੱਚ ਕਿ ਹਿੰਦੁਸਤਾਨ ਦੇ ਵਿੱਚ 2,20,000 ਹਰ ਜਿਹੜੇ ਸਾਲ ਨੇ ਨਵੇਂ ਡਾਇਲਿਸਿਸ ਦੇ ਕੇਸ ਆਉਂਦੇ ਨੇ, ਉਹਨਾਂ ਦੇ ਉੱਤੇ ਟੋਟਲ ਪੁਰਾਣੇ ਕੇਸ ਲਾ ਕੇ 60,000 ਕਰੋੜ ਰੁਪਈਆ, 60,000 ਕਰੋੜ, ਇਹ ਇਹਨਾਂ ਦੀ ਆਪਣੀ ਰਿਪੋਰਟ ਹੈ, ਉਹ ਖਰਚ ਹੁੰਦਾ। ਜੇ 60,000 ਕਰੋੜ ਕੱਲਾ ਕਿਡਨੀ ਦੀ ਡਿਜ਼ੀਜ਼ਸ ਤੇ ਖਰਚ ਹੋ ਰਿਹਾ ਲੋਕਾਂ ਦਾ ਤੇ ਹਾਊ ਇਜ਼ ਇਟ ਪੋਸੀਬਲ? ਕਿਉਂਕਿ ਦੋ ਡਾਇਲਿਸਿਸ ਕਰਾਉਣਾ ਪੈਂਦਾ। I get your doomsday scenario, ਡਾਕਟਰ ਸਾਹਿਬ, I get your doomsday scenario ਤੁਹਾਡੇ ਸਾਹਮਣੇ ਹੈ। ਮੈਂ ਕਹਿਣਾ ਵੀ ਤੁਸੀਂ ਜ਼ਰੂਰੀ ਨਹੀਂ ਗਿਵਨ ਕੰਸਟ੍ਰੇਂਟਸ ਦੇ ਵਿੱਚ ਤੇ ਗਿਵਨ ਪੈਸੇ ਦੇ ਵਿੱਚ ਹੀ ਸਕੀਮ ਅੱਗੇ ਲੈ ਕੇ ਜਾਣੀ ਦੀ ਗੱਲ ਕਰਦਾ, ਮੈਂ ਕੰਸਟ੍ਰੇਂਟਸ ਦੀ ਗੱਲ ਕਰਦਾ। ਦੂਜੀ ਗੱਲ ਮੈਂ ਦੁਬਾਰਾ ਨਾ ਮੈਨੂੰ ਕੰਪਲੀਟ ਕਰ ਦਿੰਦਾ। ਓਕੇ ਗੋ ਅਹੈਡ। ਵੈਲਨੈਸ ਸੈਂਟਰ 80,000 ਤੁਸੀਂ ਕਹਿ ਦਿੱਤਾ, 80,000 4 ਮਹੀਨਿਆਂ ਦੀ ਮਿਨੀਮਮ ਵੇਜ ਨਹੀਂ ਬਣਦੀ। ਹਾਂ ਦਿਸ ਰਿਹਾ ਸਾਨੂੰ, ਠੀਕ ਹੈ ਨਾ। ਤੇ ਫਿਰ ਵੈਲਨੈਸ ਸੈਂਟਰ ਬਿਗਨਿੰਗ ਦਾ ਡਾਕਟਰ ਸਾਹਿਬ ਨਹੀਂ, ਬਿਗਨਿੰਗ ਤਾਂ ਅਜੇ ਤਾਂ ਬਾਕੀ 2016 ਦੀ ਵੀ ਬਿਗਨਿੰਗ ਸੀ, ਫਿਰ ਤਾਂ ਅਸੀਂ ਬਿਗਨਿੰਗ 'ਚ ਹੀ ਰਹਾਂਗੇ। ਜਿਹੜਾ ਚੱਲਦਾ ਸੀ ਸਿਸਟਮ ਜਿਹਦੇ ਵਿੱਚ ਡਾਕਟਰ ਵੀ ਹੈਗੇ ਸੀ ਉਹ ਖਤਮ ਕਰਿਆ। ਕੀ ਅੰਡਰ ਫੰਡਿੰਗ ਐਕਚੁਅਲੀ ਅਨਡੂ ਕਰ ਸਕਦੀ ਹੈ ਸਾਰੇ ਐਂਬੀਸ਼ਨ ਨੂੰ? ਦੇਖੋ ਜੀ, ਅੰਡਰ ਫੰਡਿੰਗ ਤਾਂ ਕ੍ਰੋਨਿਕਲੀ ਹੈ ਹੈਲਥ ਸਿਸਟਮ ਦੀ, ਠੀਕ ਹੈ। ਇਹ ਤਾਂ ਅਸੀਂ ਜਦੋਂ ਮੈਂ ਤੁਹਾਨੂੰ ਦੱਸ ਰਿਹਾ ਸੀ, ਇਸ ਵੇਲੇ ਅਸੀਂ 1% ਸਪੈਂਡ ਕਰ ਰਹੇ ਹਾਂ GDP ਦਾ। ਕਰਨਾ ਚਾਹੀਦਾ, ਜਿਹੜੇ ਗਵਰਨਮੈਂਟਸ ਜਿਹੜੀ ਐਕਚੁਅਲੀ ਯੂਨੀਵਰਸਲ ਕਰ ਰਹੀਆਂ ਉਹ 7-8%, 10% ਕਰ ਰਹੀਆਂ ਨੇ, 4 ਤੋਂ 5% ਤਾਂ ਮਿਨੀਮਮ ਚਾਹੀਦਾ ਹੀ ਚਾਹੀਦਾ ਹੈ। ਤੇ ਲੇਕਿਨ ਬਟ ਬੇਸਿਕਲੀ ਤੁਸੀਂ ਇੱਕ ਕੁਐਸਚਨ ਇੱਕ ਹੋਰ ਕੀਤਾ ਸੀ ਉਸ ਵੇਲੇ ਸ਼ੁਰੂ 'ਚ ਕਿ ਅਸੀਂ ਕੁਝ ਇੱਦਾਂ ਕਰ ਸਕਦੇ ਹਾਂ ਕਿ ਜਿਹੜੀ ਇਹ ਹੈਲਥ ਪ੍ਰੋਟੈਕਸ਼ਨ ਸਕੀਮ ਹੈ ਐਟਲੀਸਟ ਇਹਦਾ ਜਿਹੜਾ ਅਸੀਂ ਇਹਨਾਂ ਡੈਮੇਜ ਫੋਰਸੀ ਕਰ ਰਹੇ ਹਾਂ ਜੀ ਇਹਨੂੰ ਰੋਕਿਆ ਜਾ ਸਕੇ, ਬੇਸਡ ਔਨ ਦੀ ਐਕਸਪੀਰੀਅੰਸ ਆਫ RSBY ਐਟਲੀਸਟ ਉਹ ਬੈਟਰ ਹੋ ਸਕੇ ਜੀ। ਉਹਦੀ ਕੁਝ ਸੁਜੈਸ਼ਨਸ ਹੋ ਸਕਦੀਆਂ ਹੈ ਜੀ। ਇੱਕ ਸੁਜੈਸ਼ਨ ਹੈ ਮੇਜਰ ਹੈਗੀ ਹੈ ਕਿ ਜਦੋਂ RSBY ਦੀ ਸਕੀਮ ਚਲੀ ਸੀ, RSBY ਸਕੀਮ 'ਚ ਮੇਜਰ ਇੰਪੈਨਲਮੈਂਟ ਹਸਪੀਟਲਸ ਦੀ ਜਿਹੜੀ ਸੀ ਉਹ ਪ੍ਰਾਈਵੇਟ ਸੈਕਟਰ ਦੀ ਸੀ ਜੀ। 70 ਤੋਂ 80% ਹਸਪੀਟਲ ਜਿਹੜੇ ਸੀ ਇੰਪੈਨਲਡ ਸੀ ਉਹ ਪ੍ਰਾਈਵੇਟ ਸੈਕਟਰ ਦੇ ਸੀਗੇ। ਜੇ ਇਹੀ ਐਕਸਪੀਰੀਅੰਸ NHPS ਦਾ ਹੋਇਆ ਤੇ ਅਗੇਨ ਇਟ ਵਿਲ ਮੀਟ ਦ ਸੇਮ ਫੇਟ ਬਿਕਾਜ਼ ਪ੍ਰਾਈਵੇਟ ਸੈਕਟਰ ਦਾ ਕਾਸਟ ਆਫ ਕੇਅਰ ਇਜ਼ ਵੈਰੀ ਹਾਈ। ਲੈਟ ਮੀ ਇੰਟਰਵੀਨ। ਉਹ ਇਹ ਕਹਿ ਰਹੇ ਨੇ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਹਸਪਤਾਲਾਂ ਨੂੰ ਜਿਸ ਕਿਸਮ ਦਾ ਵੋਲਿਊਮ ਚਾਹੀਦਾ ਸੀ ਉਹ ਅਵੇਲੇਬਲ ਨਹੀਂ ਸੀ, ਇਸ ਕਰਕੇ ਮੈਡੀਕਲ ਇੰਸ਼ੋਰੈਂਸ ਨੂੰ, ਜਿਹੜੀ ਪਰਸਨਲ ਜ਼ਾਤੀ ਮੈਡੀਕਲ ਇੰਸ਼ੋਰੈਂਸ ਦੀ ਤੁਸੀਂ ਗੱਲ ਕੀਤੀ, ਲੋਕਾਂ ਨੇ ਲੈਣੀਆਂ ਸ਼ੁਰੂ ਕੀਤੀਆਂ, ਉਹਨੂੰ ਉਸ ਸੈਕਟਰ ਨੂੰ ਬਹੁਤ ਵਧਾਇਆ ਗਿਆ, ਉਹਦੇ ਵਿੱਚੋਂ ਵੋਲਿਊਮਸ ਜਨਰੇਟ ਹੋਏ। ਫਿਰ ਸਰਕਾਰੀ ਬੀਮਾ ਯੋਜਨਾ ਵਿੱਚ ਵੀ ਉਸ ਪਾਸੇ ਨੂੰ ਪਾਇਆ ਗਿਆ ਤੇ ਬਹੁਤ ਜਿਹੜੇ ਵੱਡੇ ਵੱਡੇ ਹਸਪਤਾਲ ਸੀ ਉਹਨਾਂ ਨੂੰ ਕਿਸੇ ਨਾ ਕਿਸੇ ਟੈਕਨੀਕਲ ਗਰਾਊਂਡ ਦੇ ਉੱਤੇ ਰੈਦਰ ਰਿਜੈਕਟ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਦੇ ਖਰਚੇ ਜ਼ਿਆਦਾ ਸੀ ਤੇ ਗਵਰਨਮੈਂਟ ਤੋਂ ਜਿਹੜੀਆਂ ਇਨਵੋਲਵਮੈਂਟਸ ਮਿਲਦੀਆਂ ਨੇ ਉਹਦੇ ਬਦਲੇ ਰੀਇੰਬਰਸਮੈਂਟਸ ਉਹ ਕਾਫੀ ਨਹੀਂ ਹੈ। ਹੁਣ ਇੱਕ ਦਾਇਰਾ ਹੋਰ ਵੀ ਵੱਡਾ ਹੋ ਜਾਏਗਾ 5 ਲੱਖ ਰੁਪਏ ਦੇ ਨਾਲ। ਇਹ ਨਵੇਂ ਪ੍ਰਾਈਵੇਟ ਸੈਕਟਰ ਤੁਸੀਂ ਦੇਖੋ ਨਾ ਕੌਣ ਵੈਲਕਮ ਕਰ ਰਿਹਾ ਤੇ ਕਿਹਨਾਂ ਕੰਪਨੀਆਂ ਦੇ ਸ਼ੇਅਰ ਚੜ ਰਹੇ ਨੇ, ਬੀਮਾ ਕੰਪਨੀਆਂ ਦੇ ਸ਼ੇਅਰ ਚੜ ਰਹੇ ਨੇ ਤੇ ਵੱਡੇ ਹਸਪਤਾਲਾਂ ਦੇ ਜਿਹੜੇ ਕਾਰਪੋਰੇਟ ਹਾਊਸਿਸ ਨੇ ਉਹਨਾਂ ਦੇ ਸ਼ੇਅਰ ਚੜ ਰਹੇ ਨੇ। ਇਹਦਾ ਮਤਲਬ ਹੁਣ ਉਹਨਾਂ ਨੂੰ ਇਹਦੇ ਵਿੱਚੋਂ ਮਾਰਕੀਟ ਦਿਸ ਰਹੀ ਹੈ। ਸੋ ਡਾਕਟਰ ਗਰਗ ਦੇ ਖਦਸ਼ੇ ਜਾਇਜ਼ ਨੇ ਬਿਲਕੁਲ ਕਿ ਵੱਡੇ ਹਸਪਤਾਲਾਂ ਵਾਲਿਆਂ ਦੇ ਤਾਂ ਉਹ ਤਾਂ ਸਮੈਲ ਕਰ ਰਹੇ ਨੇ, ਦੇ ਆਰ ਸਮੈਲਿੰਗ ਬਿਗ ਮਨੀ। ਬਿਲਕੁਲ ਤਾਂ ਹੀ ਮੈਂ ਕਹਿ ਰਿਹਾ
ਕਿ ਜਿਹੜੀ ਵੀ ਸਕੀਮ ਆਏ ਬੇਸਿਕਲੀ ਅਲਟੀਮੇਟਲੀ ਉਹਦਾ ਇੱਕ ਮੇਜਰ ਐਮਫੈਸਿਸ ਹੋਣਾ ਚਾਹੀਦਾ ਕਿ ਪਬਲਿਕ ਸੈਕਟਰ ਨੂੰ ਕਿੱਦਾਂ ਸਟਰੈਂਥਨ ਕਰ ਸਕਦੇ ਹਾਂ ਐਬਸੋਲੂਟਲੀ, ਤੇ ਉਹ ਕਿੱਦਾਂ ਹੋ ਸਕਦਾ ਹੈ। ਨੰਬਰ 1 ਪਹਿਲੀ ਚੀਜ਼, ਕੁਝ ਸਰਵਿਸਿਜ਼ ਜਿਹੜੀਆਂ ਹੁੰਦੀਆਂ ਨੇ, ਜਿਹੜੀ ਪ੍ਰਾਇਮਰੀ ਕੇਅਰ ਦੀ ਤੇ ਸੈਕੰਡਰੀ ਕੇਅਰ ਦੀ, ਉਹ ਪਬਲਿਕ ਸੈਕਟਰ ਦੇ ਹਸਪਤਾਲਾਂ 'ਚ ਵੀ ਪ੍ਰੋਵਾਈਡ ਹੋਣੀਆਂ ਚਾਹੀਦੀਆਂ ਨੇ। ਉਹਦੇ ਵਿੱਚ ਤੁਸੀਂ ਟਰਸ਼ਰੀ, ਉਹਦੇ ਵਿੱਚ ਤੁਸੀਂ ਪ੍ਰਾਈਵੇਟ ਹਸਪਤਾਲਾਂ ਤੋਂ ਨਾ ਲਓ, ਅਦਰਵਾਈਜ਼ ਜਿਹੜਾ ਪਬਲਿਕ ਸੈਕਟਰ ਪਹਿਲੇ ਹੀ ਅੰਡਰ ਫੰਡਡ ਹੈ, ਪਹਿਲੇ ਹੀ ਅੰਡਰ ਪਰਫਾਰਮ ਕਰ ਰਿਹਾ, ਉਹ ਹੋਰ ਅੰਡਰ ਪਰਫਾਰਮ ਕਰਨ ਲੱਗ ਜਾਊਗਾ, ਬਿਕੋਜ਼ ਲੋਕਾਂ ਨੂੰ ਆਪਸ਼ਨ ਹੈ, ਲੋਕੇ ਚਲੇ ਜਾਣਗੇ। ਦੂਜਾ, ਕੁਝ ਜਿਹੜੇ ਤੁਸੀਂ ਟਰਸ਼ਰੀ ਕੇਅਰ ਵੀ ਤੁਸੀਂ ਪਰਚੇਜ਼ ਕਰੋਗੇ ਜਿਹੜੇ ਪ੍ਰਾਈਵੇਟ ਸੈਕਟਰ ਤੋਂ, ਉਹ ਵੀ ਤਾਂ ਉਹਨੂੰ ਵੀ ਸਟ੍ਰੈਟੇਜਿਕਲੀ ਕਰਨਾ ਪਏਗਾ। ਐਦਾਂ ਨਹੀਂ ਕਿ ਤੁਸੀਂ ਸਾਰੀ ਸਰਵਿਸਿਜ਼ ਪਰਚੇਜ਼ ਕਰ ਲਓ, ਕੈਪੈਸਿਟੀ ਆਪਣੀ बढ़ानी पड़ेगी। और ਮੈਨੂੰ ਕੁਇਕਲੀ ਬ੍ਰੇਕਡਾਊਨ ਲਈ ਕਿਹਾ ਜਾ ਰਿਹਾ, ਵੀ ਆਰ ਆਲਰੇਡੀ ਓਵਰ ਟਾਈਮ, ਪਰ ਮੈਂ ਅਗਲੇ ਸੈਗਮੈਂਟ ਦੇ ਵਿੱਚ ਇਹਦੇ ਧਿਆਨ ਨਾਲ ਚਾਹਾਂਗਾ ਦਰਅਸਲ ਕਿ ਜਿਹਦੇ ਨਾਲ ਬਾਰ-ਬਾਰ ਇਹ ਕੰਪੇਅਰ ਕਰਦੇ, ਜਿੱਥੋਂ ਸ਼ਬਦ ਅਸੀਂ ਇਹ ਡਿਰਾਈਵ ਕੀਤਾ ਹੈ ਮੋਦੀ ਕੇਅਰ, ਇਹ ਓਬਾਮਾ ਕੇਅਰ ਕਿਸ ਕਿਸਮ ਦੀ ਚੀਜ਼ ਸੀ, ਕੀ ਹਾਲ ਸੀ ਉਹਦਾ, ਤੇ ਥੱਲੇ ਜਿਨ੍ਹਾਂ ਲੋਕਾਂ ਨੇ ਇਹ ਹੈਲਥ ਪ੍ਰੋਵਾਈਡ ਕਰਨੀ ਸਾਨੂੰ, ਚਾਹੇ ਉਹ ANM ਵਰਕਰਸ ਹੋਣ, ਪੈਰਾਮੈਡੀਕਲ ਸਟਾਫ ਹੋਵੇ, ਸਾਡੇ ਡਾਕਟਰਸ ਹੋਣ, ਉਹਨਾਂ ਦਾ ਕੀ ਹਾਲ ਹੈ, ਕਿੰਨੇ ਕੁ ਅਸੀਂ ਪੈਦਾ ਕਰਦੇ ਹਾਂ, ਕਿੰਨੇ ਕੁ ਸਾਨੂੰ ਚਾਹੀਦੇ ਨੇ, ਤੇ ਕਿਹੋ ਜਿਹੇ ਕੁਆਲਿਟੀ ਉਹਨਾਂ ਦੀ ਕੀ ਹੈ। ਤਾਂ ਹੀ ਤਾਂ ਇਹ 5 ਲੱਖ ਰੁਪਈਆ ਹਰੇਕ ਨੂੰ, 10 ਕਰੋੜ ਪਰਿਵਾਰਾਂ ਨੂੰ ਤੇ 50 ਕਰੋੜ ਲੋਕਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਕੋਈ ਜ਼ਰੀਆ ਬਣ ਸਕੇਗਾ। ਪਰ ਇਹ ਸਭ ਇਸ ਬ੍ਰੇਕ ਤੋਂ ਬਾਅਦ। ਡਾਕਟਰ ਮਨਮੀਤ ਕੌਰ ਜੀ, ਇਹ ਜਿਸ ਵੇਲੇ ਅਸੀਂ ਬਾਰ-ਬਾਰ ਗੱਲ ਕਰਦੇ ਹਾਂ ਕਿ ਦੁਨੀਆ ਦੀ ਸਭ ਤੋਂ ਵੱਡੀ ਸਕੀਮ ਹੈ, ਡਾਕਟਰ ਸ਼ੰਕਰ ਪ੍ਰੀਜਾ ਜੀ ਗੱਲ ਕਰ ਰਹੇ ਸੀ ਨੈਸ਼ਨਲ ਹੈਲਥ ਮਿਸ਼ਨ ਦੀ, ਕਿ ਨੈਸ਼ਨਲ ਹੈਲਥ ਮਿਸ਼ਨ ਦੀ ਸਕੀਮ ਜਿਹੜੀ 120 ਕਰੋੜ ਲੋਕਾਂ ਨੂੰ ਕਵਰ ਕਰਦੀ ਹੈ, ਜਿਹੜੀ 30,000 ਕਰੋੜ ਦਾ ਬਜਟ ਲਈ ਬੈਠੀ ਹੈ, ਕੀ ਇਹ ਦੁਨੀਆ ਦੀ ਸਭ ਤੋਂ ਵੱਡੀ ਸਕੀਮ ਨਹੀਂ ਹੈ? ਕਿ ਜਿਹੜਾ ਸਾਡੇ ਅਰਲੀਅਰ ਪ੍ਰੋਗਰਾਮ ਸੀ, ਤੁਸੀਂ ਗੱਲ ਕਰ ਰਹੇ ਸੀ ਰੀਪਰੋਡਕਟਿਵ ਪ੍ਰੋਗਰਾਮ, ਜਿਹੜੇ ਚਾਈਲਡ ਹੈਲਥ ਕੇਅਰ ਪ੍ਰੋਗਰਾਮਸ ਨੇ, ਕਿ ਔਰ ਉਹਨਾਂ ਦੇ ਵਿੱਚ ਤਾਂ ਫੰਡਸ ਇਸ ਤੋਂ ਬਹੁਤ ਜ਼ਿਆਦਾ ਨੇ, ਕਿ ਉਹ ਦੁਨੀਆ ਦੀ ਸਭ ਤੋਂ ਵੱਡੀ ਹੈਲਥ ਕੇਅਰ ਸਕੀਮ ਨਹੀਂ ਹੈ? ਕਿ ਹਿੰਦੁਸਤਾਨ ਦਾ ਜਿਹੜਾ ਸਾਰਾ ਲਾਰਜਰ ਪਬਲਿਕ ਫੰਡਡ ਹੈਲਥ ਸਿਸਟਮ ਹੈ, ਇਹ ਆਪਣੇ ਆਪ ਦੇ ਵਿੱਚ ਸਰਕਾਰ ਦਾ ਸਭ ਤੋਂ ਵੱਡਾ ਪ੍ਰੋਗਰਾਮ ਨਹੀਂ ਹੈ? ਮੈਂ ਬਿਲਕੁਲ ਇਸ ਗੱਲ ਤੇ ਆਣਾ ਚਾਹਾਂਗੀ ਕਿ ਪਬਲਿਕ ਹੈਲਥ ਸਿਸਟਮ ਬਹੁਤ ਵੱਡਾ ਹੈ ਔਰ ਉਹਨੂੰ ਸਟਰੈਂਥਨ ਕਰਨ ਦੀ ਜ਼ਰੂਰਤ ਹੈ। ਔਰ ਤੁਹਾਡੀ ਇਹ ਜਿਹੜੀ ਚੀਜ਼ ਕਹਿਣਾ NHM ਕੀ ਸੀ, ਮਤਲਬ NHM ਕੀ ਹੈ, ਨੈਸ਼ਨਲ ਹੈਲਥ ਮਿਸ਼ਨ ਕੀ ਚੀਜ਼ ਹੈ, ਬਹੁਤ ਬੜੀ ਚੀਜ਼ ਹੈ ਔਰ ਪਬਲਿਕ ਹੈਲਥ ਸਿਸਟਮ ਨੂੰ ਸਟਰੈਂਥਨ ਕਰਨ ਵਾਲੀ ਚੀਜ਼ ਹੈ। ਔਰ ਅਸੀਂ ਪਿਛਲੇ 10 ਸਾਲਾਂ 'ਚ ਐਕਸਪੀਰੀਅੰਸ ਵੀ ਕੀਤਾ, ਮਤਲਬ ਕੁਝ ਸਟੱਡੀਜ਼ ਨੇ ਇਹ ਵੀ ਦੱਸਿਆ ਕਿ ਕਿੰਨਾ ਇਹਦਾ ਫਾਇਦਾ ਹੋਇਆ ਔਰ ਕਿੱਦਾਂ ਅਸੀਂ ਲੋਕਾਂ ਤੱਕ ਪਹੁੰਚ ਪਾਏ ਹਾਂ। ਸੋ ਅਗਰ ਅਸੀਂ ਹੁਣੇ ਐਗਜ਼ਾਮਪਲ ਦਿੱਤੀ ਕਿ ਮਤਲਬ ਇੰਸਟੀਟਿਊਸ਼ਨਲ ਡਿਲੀਵਰੀ ਰੇਟਸ ਬੜੇ ਹੈ ਨਾ, ਔਰ ਉਸ ਤੋਂ ਬਾਅਦ ਇੰਸਟੀਟਿਊਸ਼ਨਲ ਰੇਟ ਵਧਾਉਣ ਤੋਂ ਬਾਅਦ ਅੱਜ ਅਸੀਂ ਇਸ ਮੁੱਦੇ ਤੇ ਗੱਲ ਕਰ ਰਹੇ ਹਾਂ ਕੁਆਲਿਟੀ ਕਿੱਦਾਂ ਇੰਪਰੂਵ ਕੀਤੀ ਜਾਏ ਸਰਵਿਸਿਜ਼ ਦੀ। ਠੀਕ ਹੈ, ਸਾਡੇ ਕੋਲ ਹਿਊਮਨ ਰਿਸੋਰਸ ਕਰੰਚ ਹੈ, ਸਾਡੇ ਕੋਲ ਇਕਵਿਪਮੈਂਟਸ ਦਾ ਕਰੰਚ ਹੈ, ਸਾਡੇ ਕੋਲ ਦਵਾਈਆਂ ਦਾ ਕਰੰਚ ਹੈ, ਸਾਰੇ ਕਰੰਚ ਹੋਣ ਦੇ ਬਾਵਜੂਦ ਜੇ ਅਸੀਂ ਕੁਝ ਠੀਕ ਕਰ ਪਾਏ ਔਰ ਅਗਰ ਅਸੀਂ ਮਤਲਬ ਉਹਨੂੰ ਫ੍ਰੀ ਵੀ ਕਰ ਪਾਏ, ਕੋਈ ਕਾਸਟ ਨਹੀਂ ਲੈ ਰਹੇ ਉਹਦੇ ਕੋਲੋਂ, ਵੂਮਨ ਦੇ ਕੋਲੋਂ, ਸੋ ਇਹ ਆਪਣੇ ਆਪ 'ਚ ਇੰਡੀਕੇਟ ਕਰਦਾ ਹੈ ਕਿ ਇਸ ਤੋਂ ਵੱਡੀ ਚੀਜ਼ ਕੀ ਹੋ ਸਕਦੀ ਹੈ। ਜਿਹੜਾ ਨੈਸ਼ਨਲ ਹੈਲਥ ਇੰਸ਼ੋਰੈਂਸ ਮਿਸ਼ਨ ਸੀਗਾ, ਤੁਸੀਂ ਦੇਖੋ 1,60,000 ਕਰੋੜ ਰੁਪਇਆ 2016 ਦੇ ਵਿੱਚ ਸੀਗਾ। ਉਸ ਵੇਲੇ ਉਹਨਾਂ ਨੇ ਇੱਕ ਚੀਜ਼ਾਂ ਲਿਆਂਦੀਆਂ ਕਿ ਜੀ ਜਦੋਂ 2016 ਵਾਲੀ ਸਕੀਮ ਵੀ ਅਨਾਉਂਸ ਕੀਤੀ ਸੀ ਕਿ 50 ਫ੍ਰੀ ਡਰੱਗਸ ਹੋਣਗੀਆਂ, ਇਹ ਡਜ਼ਨ ਪਰ ਡਾਇਗਨੋਸਟਿਕ ਟੈਸਟ ਹੋਣਗੇ, ਇੰਸ਼ੋਰੈਂਸ ਕਵਰ ਸਾਰਿਆਂ ਨੂੰ ਮਿਲੇਗਾ। ਹੁਣ ਵੀ ਨੀਤੀ ਆਯੋਗ ਦੇ ਜਿਹੜੇ ਮੈਂਬਰ ਨੇ, ਉਹਨਾਂ ਨੇ ਡਾਕਟਰ ਵਿਨੋਦ ਕੁਮਾਰ ਪੌਲ, ਜਿਨ੍ਹਾਂ ਨੇ ਲੀਡ ਕੀਤਾ ਲਾਰਜਲੀ ਇਹ ਸਕੀਮ, ਉਹਨਾਂ ਦੀ ਦੇਖ ਰੇਖ ਥੱਲੇ ਬਣੀ ਹੈ, ਭਾਵੇਂ ਕਿ ਮੀਡੀਆ ਦੇ ਵਿੱਚ ਇੰਨਾ ਜ਼ਿਆਦਾ ਚਰਚਾ ਉਹਨਾਂ ਦਾ ਨਹੀਂ ਆਇਆ। ਉਹਨਾਂ ਨੇ ਜਿਹੜੀ ਗੱਲ ਕੀਤੀ, ਉਹਨਾਂ ਨੇ ਕਿਹਾ ਬਹੁਤ ਸਾਰਾ ਕੰਮ ਕੀਤਾ ਸਰਕਾਰ ਨੇ, ਆਲਰੇਡੀ 1100 ਪੈਕੇਜਿਸ ਇਸ ਸਕੀਮ ਲਈ ਤਿਆਰ ਕਰ ਲਏ ਨੇ। ਬਹੁਤ ਸਾਰੀਆਂ ਨਵੀਆਂ ਬਿਮਾਰੀਆਂ ਜਿਹੜੀਆਂ ਪਹਿਲਾਂ ਵਾਲੀਆਂ ਸਕੀਮਾਂ ਦੇ ਵਿੱਚ ਨਹੀਂ ਸੀ ਕਵਰ, ਉਹ ਵੀ ਇਹਦੇ 'ਚ ਪਾ ਲਈਆਂ ਗਈਆਂ ਨੇ। ਡੈਂਟਲ ਸਰਵਿਸਿਜ਼ ਨੇ, ਬਜ਼ੁਰਗ ਲੋਕਾਂ ਦੀਆਂ ਪ੍ਰੋਬਲਮ, ਗੈਰੀਆਟ੍ਰਿਕ ਸਰਵਿਸਿਜ਼ ਨੇ, ਉਹ ਪਾ ਲਈਆਂ ਗਈਆਂ। HIV AIDS ਜਿਹੜਾ ਉਹ ਇਹਦੇ ਵਿੱਚ ਸ਼ਾਮਲ ਕਰ ਲਿਆ ਗਿਆ। ਉਹਨਾਂ ਨੇ ਕਿਹਾ ਕਿ ਲਾਰਜਲੀ ਅਸੀਂ ਸਭ ਕੁਝ ਕਵਰ ਕਰ ਲਿਆ। ਇਹ ਗੱਲ ਨੂੰ ਉਹ ਰੈਕੋਗਨਾਈਜ਼ ਵੀ ਕਰਦੇ ਨੇ ਕਿ ਆਊਟ ਆਫ ਪਾਕਟ ਐਕਸਪੈਂਡੀਚਰ ਜਿਹੜਾ ਉਹ ਦੁਨੀਆ 'ਚ ਸਭ ਤੋਂ ਜ਼ਿਆਦਾ ਸਾਡੇ ਦੇਸ਼ ਦੇ ਵਿੱਚ ਲੋਕਾਂ ਨੂੰ ਦੇਣਾ ਪੈ ਰਿਹਾ। ਕਿ ਥੱਲੇ ਜੇ ਸਿਹਤ ਢਾਂਚਾ ਇੰਪਰੂਵ ਕਰਨ ਵੱਲ ਵੀ ਸਰਕਾਰ ਨਾਲ ਹਿੱਸਾ ਪਾਉਂਦੀ ਹੈ, ਨਾਟ ਓਨਲੀ ਵੈਲਨੈਸ ਸੈਂਟਰਸ ਪਰ ਨੈਸ਼ਨਲ ਹੈਲਥ ਮਿਸ਼ਨ ਵਰਗੀਆਂ ਸਕੀਮਾਂ ਦੇ ਵਿੱਚ ਓਵਰਆਲ ਪਬਲਿਕ ਸੈਕਟਰ ਫੰਡਿੰਗ ਵੱਧਦੀ ਹੈ ਸਰਕਾਰ ਦੀ, ਤਾਂ ਇਹ ਸਕਸੈਸਫੁਲ ਹੋ ਸਕਦੀ ਹੈ। 1 2 ਕੀ ਸਰਕਾਰ ਦਾ ਫੈਸਲਾ ਇੰਡੀਕੇਟ ਕਰਦਾ ਕਿ ਦਰਅਸਲ ਥੱਲੇ ਪੈਸਾ ਪਾਉਣ ਵਾਲੇ ਮਾਮਲੇ ਤੋਂ ਤਾਂ ਕਿਨਾਰਾ ਕਰ ਲਿਆ ਗਿਆ ਹੈ ਤੇ ਹੁਣ ਸਭ ਕੁਝ ਵਾਇਆ ਟਰਸਟ ਜਾਂ ਵਾਇਆ ਇੰਸ਼ੋਰੈਂਸ ਜਾਂ ਫਿਰ ਪ੍ਰਾਈਵੇਟ ਸੈਕਟਰ ਦੇ ਨਾਲ, ਉਹ ਜਿਹੜਾ ਵਰਡ ਯੂਜ਼ ਕੀਤਾ ਸਟ੍ਰੈਟੇਜਿਕ ਪਰਚੇਜ਼ਸ ਕਰਨੀਆਂ ਨੇ ਪ੍ਰਾਈਵੇਟ ਸੈਕਟਰ, ਨੈਸ਼ਨਲ ਹੈਲਥ ਪਾਲਿਸੀ 2017, ਤੇ ਉਦੋਂ ਤੋਂ ਪਤਾ ਲੱਗਦਾ ਕਿ ਸਰਕਾਰ ਭੱਜ ਗਈ ਹੈ ਤੇ ਹੁਣ ਬੀਮਾ ਕੰਪਨੀਆਂ ਦੇ ਸਾਰੇ ਆਪਣੇ ਆਪ ਨੂੰ ਸਮਝੋ। ਵਿਚ ਵੇ ਡੂ ਯੂ ਟੇਕ ਇਟ? मैं तो कहांगी कि सरकार अगर अपनी जिम्मेवारी समझे तो पब्लिक हेल्थ सिस्टम ਨੂੰ ਸਟਰੈਂਥਨ ਕਰੇ ਔਰ ਉੱਥੇ ਰੈਗੂਲੇਸ਼ਨਸ ਲੈ, ਉੱਥੇ ਗਵਰਨੈਂਸ ਲੈ। ਤੁਸੀਂ ਸਿਆਣੇ ਹੋ ਕਿ ਇਹਨਾਂ ਤੋਂ ਤਾਂ ਸਰਕਾਰ ਦੀ ਨੀਅਤ ਪੜ ਸਕਦੇ ਹੋ, ਤੇ ਮੇਰੇ ਲੋਕ ਤਾਂ ਸਾਦੇ ਸ਼ਬਦਾਂ ਜਾਨਣਾ ਚਾਹੁੰਦੇ ਨੇ ਸਰਕਾਰ ਵਿੱਚ ਆ ਰਹੀ ਹੈ ਕਿ ਅਸੀਂ ਜ਼ਿੰਮੇਵਾਰੀ ਲੈ ਰਹੇ ਹਾਂ ਕਿ ਸਰਕਾਰ ਭੱਜ ਰਹੀ ਹੈ ਕਿ ਅਸੀਂ ਜ਼ਿੰਮੇਵਾਰੀ ਛੱਡ ਰਹੇ ਹਾਂ? ਸਰਕਾਰ ਐਕਚੁਅਲੀ ਮੇਰੇ ਹਿਸਾਬ ਨਾਲ ਤੇ ਭੱਜ ਰਹੀ ਹੈ।
ਬਿਲਕੁਲ ਭੱਜ ਰਹੀ ਹੈ। ਭੱਜ ਇਸ ਲਈ ਰਹੀ ਹੈ ਕਿ ਅਗਰ ਉਹ ਟਰਸਟ ਨੂੰ ਦੇ ਦਿੰਦੇ ਐਸ ਇੰਟਰਸਟਿੰਗ ਕਿ ਸਰਕਾਰ ਭੱਜ ਰਹੀ ਹੈ ਤੇ ਇਹਦੇ ਨਾਲ ਵੋਟਾਂ ਲੈਣੀਆਂ ਚਾਹ ਰਹੀ ਹੈ। ਹਾਂ ਬਿਲਕੁਲ ਭੱਜ ਕੇ ਵੋਟਾਂ ਲੈਣੀਆਂ ਚਾਹ ਰਹੀ ਹੈ। ਡਾਕਟਰ ਸ਼ੰਕਰ ਪ੍ਰਿੰਜਾ ਕਮ ਔਨ ਦੈਟ, ਇਹ ਤਾਂ ਮੇਰੇ ਲਈ ਰਿਜ਼ੋਲਵ ਕਰੋ ਤੁਸੀਂ, ਇਹਦਾ ਕਨੌਂਡਰਮ ਹੈ ਬੜਾ ਜ਼ਬਰਦਸਤ ਕਿ ਸਰਕਾਰ ਭੱਜ ਰਹੀ ਹੈ ਸਿਹਤ ਸੇਵਾਵਾਂ ਦੇਣ ਤੋਂ, ਇਹ ਸਭ ਜੁਮਲੇਬਾਜ਼ੀ ਕਰਕੇ, ਤੇ ਇਹਦੇ ਤੋਂ ਵੋਟਾਂ ਵੀ ਐਕਸਪੈਕਟ ਕਰ ਰਹੀ ਹੈ। ਕੈਨ ਦੈਟ ਸਕਸੀਡ? ਤੁਸੀਂ ਦੇਖੋ, ਤੁਸੀਂ ਹੈਲਥ ਇਕਨੋਮਿਕਸ ਹੋ, ਥੋੜੀ ਜਿਹੀ ਪੋਲੀਟੀਕਲ ਇਕਨੋਮਿਕਸ ਵੀ ਸਮਝਾਓ ਹੈਲਥ ਦੀ ਸਾਨੂੰ। देखिए जी ऐसा है कि स्कीम की जब तक जे स्कीम पिछले डिज़ाइन जो RSB वाला डिज़ाइन था उन्होंने ही एमुलेट करती है, वो जो डिज़ाइन रखती है, लुक्स लाइक दैट, ते सक्सेस बहुत घट होने के चांसेस लगते हैं। बट ਜਿਹੜਾ ਸੁਣਨ ਚ ਆ ਰਿਹਾ ਹੈ ਕਿ ਇਹਦੇ ਸਕੀਮ ਵਿੱਚ ਜਿਹੜੇ ਡਿਜ਼ਾਈਨਸ ਇਹਨਾਂ ਨੇ ਕਰ ਰਹੇ ਨੇ ਉਹਦੇ ਵਿੱਚ ਕੁਝ ਕਮੀਆਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਬਟ ਕਿੰਨੀਆਂ ਵੀ ਕਮੀਆਂ ਪੂਰੀ ਕਰ ਲੈਣ, ਜਿਹੜਾ ਤੁਸੀਂ ਜੇ ਤੁਸੀਂ ਪਬਲਿਕ ਸਿਸਟਮ ਨੂੰ ਸਟਰੈਂਥਨ ਨਹੀਂ ਕਰੋਗੇ ਤੇ ਉਹਦੀ ਰਿਪਲੇਸਮੈਂਟ ਨੂੰ ਸੋਚੋਗੇ ਕਿ ਤੁਸੀਂ ਇੱਕ ਟਰਸਟ ਮਾਡਲ ਦੇ ਇੰਸ਼ੋਰੈਂਸ ਸਿਸਟਮ ਨਾਲ ਤੁਸੀਂ ਕਿਊਰੇਟਿਵ ਕੇਅਰ ਨੂੰ ਲੈ ਆਓ, ਤੇ ਉਹਦੇ ਚ ਇੱਕ ਹੋਰ ਪ੍ਰੋਬਲਮ ਹੈਗੀ ਹੈ ਕਿ ਬੇਸਿਕਲੀ ਅਸੀਂ ਕਹਿੰਦੇ ਆ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਤੇ ਜੇ ਪ੍ਰੀਵੈਂਸ਼ਨ ਵਿੱਚ ਤੁਸੀਂ ਪੈਸਾ ਲਾਓਗੇ, ਉਹ ਐਦਾਂ ਹੈ ਨਾ ਕਿ ਤੁਸੀਂ ਜੇ ਇੱਕ ਨਲਕਾ ਚਲਾ ਰੱਖਿਆ ਹੈ ਤੇ ਨਲਕਾ ਤੋਂ ਪਾਣੀ ਬਹਿ ਰਿਹਾ ਤਾਂ ਤੁਸੀਂ ਥੱਲੇ ਪੋਚਾ ਲਾਏ ਰੱਖੋ ਤੇ ਉੱਤੇ ਨਲਕਾ ਨਹੀਂ ਬੰਦ ਕਰ ਰਹੇ ਤੇ ਬਿਮਾਰੀਆਂ ਤਾਂ ਕੱਟੀਆਂ ਨਹੀਂ ਤੇ ਥੱਲੇ ਤੁਸੀਂ ਜਿਹੜੇ ਬਿਮਾਰ ਹੋ ਰਹੇ ਨੇ ਉਹਨਾਂ ਨੂੰ ਇਲਾਜ ਕਰਦੇ ਜਾਓ। ਸਰਕਾਰ ਜੀ ਦੀ ਫੋਟੋ ਬੜੀ ਅੱਛੀ ਖਿੱਚੀ ਤੁਸੀਂ, ਉਹਨੂੰ ਕਾਰਟੂਨ ਵਾਸਤੇ ਇਹੀ ਮੇਰੇ ਦਿਮਾਗ 'ਚ ਆ ਰਿਹਾ, ਤੋਂ ਨਲਕਾ ਚੱਲ ਰਿਹਾ ਥੱਲੇ ਸਰਕਾਰ ਪੋਚਾ ਲਾ ਰਹੀ ਹੈ। ਤੁਸੀਂ ਕਹਿੰਦੇ ਹੋ ਐਫੀਸ਼ੀਐਂਸੀ ਕਿਹਦੇ ਵਿੱਚ ਹੈਗੀ ਹੈ? ਐਫੀਸ਼ੀਐਂਸੀ ਮਤਲਬ ਤੁਸੀਂ ਜਿੰਨਾ ਪੈਸਾ ਲਗਾ ਰਹੇ ਹੋ ਉਹਦੇ ਪੈਸੇ ਦਾ ਬੈਸਟ ਵੈਲਿਊ ਕਿੱਥੋਂ ਮਿਲੂਗੀ ਤੁਹਾਨੂੰ? ਉਹ ਬੈਸਟ ਵੈਲਿਊ ਮਿਲੂਗੀ ਜੇ ਤੁਸੀਂ ਪ੍ਰਾਇਮਰੀ ਕੇਅਰ ਵਿੱਚ ਜੇ ਪ੍ਰੀਵੈਂਸ਼ਨ ਪ੍ਰੋਗਰਾਮ ਵਿੱਚ ਲਾਓਗੇ। ਉਹ ਪ੍ਰੋਗਰਾਮ ਪ੍ਰਾਇਮਰੀ ਕੇਅਰ ਤੇ ਪ੍ਰੀਵੈਂਸ਼ਨ ਪ੍ਰਾਇਮਰੀਲੀ ਗਵਰਨਮੈਂਟ ਦਾ ਹੀ ਕੰਮ ਹੈਗਾ। ਅੱਜ ਕੱਲ ਦੇ ਤੁਸੀਂ ਸਿਨੈਰੀਓਜ਼ ਦੇ ਦੇਖੋ, ਪ੍ਰਾਈਵੇਟ ਸੈਕਟਰ ਨਹੀਂ ਉਹ ਪ੍ਰੋਵਾਈਡ ਕਰ ਰਿਹਾ, ਨਾ ਹੀ ਇੰਸ਼ੋਰੈਂਸ ਸੈਕਟਰ ਪ੍ਰੋਵਾਈਡ ਕਰ ਰਿਹਾ, ਕਿਉਂ ਹੋਏਗਾ ਨਾ ਇੰਸ਼ੋਰੈਂਸ ਕਰ, ਤੇ ਇਸ ਕਰਕੇ ਤਾਂ ਹੀ ਅਸੀਂ ਬਾਰ-ਬਾਰ ਕਹਿ ਰਹੇ ਨੇ ਕਿ ਪਬਲਿਕ ਸੈਕਟਰ ਦੀ ਸਟਰੈਂਥਨਿੰਗ ਇਜ਼ ਗੋਇੰਗ ਟੂ ਬੀ ਵੈਰੀ ਵੈਰੀ ਇੰਪੋਰਟੈਂਟ। ਡਾਕਟਰ ਸਾਹਿਬ, ਹਿਊਮਨ ਰਿਸੋਰਸਿਸ ਦੀ ਅਸੀਂ ਗੱਲ ਕਰਨਾ ਚਾਹ ਰਹੇ ਸੀਗੇ, ਜਿਹੜੀ ਸ਼ੈਲਾ ਜੀ ਚੰਦਰਾ ਕਮੇਟੀ ਦੀ ਰਿਪੋਰਟ ਹੈ, ਜਿਹੜਾ ਫਾਰਮਰ ਚੀਫ ਸੈਕਟਰੀ ਰਹੇ ਆ ਦਿੱਲੀ ਦੇ, ਉਹਨਾਂ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਛਤਰ ਛਾਇਆ ਥੱਲੇ ਹਿੰਦੁਸਤਾਨ ਦੇ ਹੈਲਥ ਵਰਕਰਸ ਦੀ ਸਟੱਡੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ 5 ਵਿੱਚੋਂ 1 ਡਾਕਟਰ, ਵਿੱਚ ਮੀਨਸ 20% ਹਿੰਦੁਸਤਾਨ ਨੂੰ, ਰੂਰਲ ਹਿੰਦੁਸਤਾਨ ਨੂੰ ਸਰਵ ਕਰਦੇ ਡਾਕਟਰ ਜਿਹੜੇ ਨੇ ਉਹ ਦਰਅਸਲ ਕੁਆਲੀਫਾਈਡ ਨੇ, ਤੇ ਜਿਨ੍ਹਾਂ ਨੂੰ ਅਸੀਂ ਐਲੋਪੈਥਿਕ ਡਾਕਟਰ ਕਹਿੰਦੇ ਆ ਨਾ ਜੀ, 31.4% ਉਹ ਕਹਿੰਦੇ 12ਵੀਂ ਤੱਕ ਹੀ ਕੇਵਲ ਪੜ੍ਹੇ ਹੋਏ ਨੇ। 31 ਹਿੱਸਾ ਕੇਵਲ 12ਵੀਂ ਤੱਕ ਪੜ੍ਹੇ ਨੇ ਜਿਹੜੇ ਐਲੋਪੈਥਿਕ ਡਾਕਟਰ ਨੇ, ਤੇ 57% ਡਾਕਟਰਾਂ ਕੋਲ ਕਿਸੇ ਕਿਸਮ ਦੀ ਕੋਈ ਮੈਡੀਕਲ ਕੁਆਲੀਫਿਕੇਸ਼ਨ ਨਹੀਂ ਹੈ। ਇਹ ਡਾਕਟਰ ਕਿੰਨੇ ਕੁ ਸਾਨੂੰ ਚਾਹੀਦੇ ਹੁੰਦੇ ਨੇ ਟੋਟਲ? ਜੇ ਡਾਕਟਰਾਂ ਦੀ ਜਿਹੜੀ ਫੋਰਸ ਹੈ ਉਹਦੇ ਚੋਂ 1 ਲੱਖ ਤੋਂ ਕੁਝ ਵਧੇਕ ਡਾਕਟਰ ਜਿਹੜੇ ਨੇ ਉਹ ਸਾਡੇ ਪਬਲਿਕ ਹੈਲਥ ਸਿਸਟਮ ਦੇ ਵਿੱਚ ਨੇ, ਲਗਭਗ 9 ਲੱਖ ਪਲੱਸ ਡਾਕਟਰ ਜਿਹੜੇ ਨੇ ਉਹ ਪ੍ਰਾਈਵੇਟ ਨੇ। 10 ਲੱਖ ਦੇ ਆਸ-ਪਾਸ 1+ ਮਿਲੀਅਨ ਦੇ ਆਸ-ਪਾਸ ਟੋਟਲ ਡਾਕਟਰ ਸਾਡੇ ਕੋਲ ਨੇ। ਐਜ਼ ਅ ਕੰਟਰੀ ਜੇ ਅਸੀਂ ਇਸ ਲੈਵਲ ਦੀਆਂ ਸਕੀਮਸ ਲਿਆਉਣੀਆਂ ਨੇ, ਇੰਨੇ ਐਂਬੀਸ਼ੀਅਸ ਹੈ ਨੈਸ਼ਨਲ ਹੈਲਥ ਮਿਸ਼ਨਸ ਬਣਾਉਣੇ ਨੇ, ਤਾਂ ਕੀ ਸਾਨੂੰ ਹੋਰ ਬਹੁਤ ਸਾਰੇ ਡਾਕਟਰ ਚਾਹੀਦੇ ਨੇ? ਉਹ ਕਿਵੇਂ ਪੈਦਾ ਕੀਤੇ ਜਾ ਰਹੇ ਨੇ ਤੇ ਉਹਨਾਂ ਦਾ ਕੁਆਲਿਟੀ ਕੰਟਰੋਲ, ਉਹਨਾਂ ਦੀ ਸਿੱਖਿਆ ਦਾ ਕਿਵੇਂ? ਡਾਕਟਰ, ਡਿਜ਼ੀਜ਼, ਡਰੱਗ, ਜਦ ਤੁਸੀਂ ਸਿਹਤ ਸੇਵਾਵਾਂ ਨੂੰ ਡਾਕਟਰ, ਡਿਜ਼ੀਜ਼ ਤੇ ਡਰੱਗ ਨਾਲ ਜੋੜੋਗੇ, ਇਹ ਵੈਸਟਰਨ ਮਾਡਲ ਹੈ, ਤਾਂ ਫਿਰ ਤੁਸੀਂ ਅਸਲੀ ਹੈਲਥ ਦੀ ਗੱਲ ਹੀ ਨਹੀਂ ਕਰ ਰਹੇ। ਮਤਲਬ ਪਹਿਲਾਂ ਤੁਸੀਂ ਬਿਮਾਰ ਕਰੋ, ਪਹਿਲਾਂ ਮਲੇਰੀਆ ਫੈਲਦਾ ਰਹੇ, ਫਿਰ ਪਹਿਲਾਂ ਡੇਂਗੂ ਫੈਲਦਾ ਰਹੇ, ਮੱਛਰ ਦਾ ਕੰਟਰੋਲ ਨਾ ਕਰੋ, ਫਿਰ ਪਲੇਟਲੈਟ ਲਾਣੇ ਸ਼ੁਰੂ ਕਰ ਦਿਓ। ਸੋ ਮੈਨੂੰ ਇਸ ਗੱਲ ਤੋਂ ਇਤਰਾਜ਼ ਹੈ। ਜਦ ਸਿਹਤ ਦੇਣੀ ਆ ਤਾਂ ਉਹਦੇ 'ਚ ਅਸੀਂ ਦੇਖਣਾ ਵੀ ਜਿੰਨੇ ਕੁ ਸਾਡੇ ਕੋਲ ਰਿਸੋਰਸਿਸ ਨੇ, ਮੈਨ ਪਾਵਰ ਦੇ, ਫਾਈਨੈਂਸ਼ੀਅਲ, ਇਨਫਰਾਸਟ੍ਰਕਚਰ ਦੀ, ਉਹਦੀ ਬੈਸਟ ਯੂਟੀਲਾਈਜੇਸ਼ਨ ਕਿਵੇਂ ਹੋਵੇ, ਦੂਜੀ ਉਹਨੂੰ ਰੈਗੂਲੇਟ ਕਿਵੇਂ ਹੋਵੇ। ਅੱਜ ਸਰਕਾਰ ਦਵਾਈਆਂ ਤੇ ਪੂਰਾ ਰੈਗੂਲੇਸ਼ਨ ਨਹੀਂ ਕਰ ਰਹੀ, ਡੀਰੈਗੂਲੇਟ ਕਰਤੀਆਂ ਰਾਤ ਦਵਾਈਆਂ ਦਿਖਾਉਣ ਨੂੰ, ਕਹਿੰਦਾ ਸਟੈਂਟਾਂ ਦੀ ਕੀਮਤ ਘਟਾਤੀ, ਫਲਾਣੀ 4 ਦਵਾਈਆਂ ਦੀ ਕੀਮਤ ਘਟਾਤੀ। ਦੂਜਾ ਅਪਲਾਇੰਸਸ, ਗਲੂਕੋਜ਼ ਦੀ ਨਾਲੀ ਹੈ, ਖਾਂਸੀ ਦੇ ਨੱਕ 'ਚ ਪਾਣੀ ਕੱਢਣ ਵਾਲੀ ਨਾਲੀ ਹੈ, ਦੁੱਧ ਪਿਲਾਉਣ ਵਾਲੀ ਨਾਲੀ ਹੈ, ਜਿਹੜੇ ਮਰਜ਼ੀ ਸੈਂਕੜੇ ਨੇ, ਆਕਸੀਜਨ ਲਾਉਣ ਵਾਲੀ ਹੈ। ਉਹ ਜਿਹੜੀਆਂ ਅਪਲਾਇੰਸਸ ਨੇ ਉਹ ਇੰਨੀਆਂ ਕਾਸਟਲੀ, ਉਹ ਤੇ ਕੋਈ ਕੰਟਰੋਲ ਨਹੀਂ। 1 ਕਿਲੋ ਜਿਹੜਾ ਪਲਾਸਟਿਕ ਆਪਣਾ ਲੋਹਾ ਹੈ, ਮੈਂ ਮੰਨਦਾ ਕਿ ਡਰੱਗ ਉਹ ਕੰਟਰੋਲ ਹੋਣੀ ਚਾਹੀਦੀ ਹੈ, ਇਹ ਨਹੀਂ ਕਰਿਆ। ਦੂਜੀ ਗੱਲ ਮੈਨ ਪਾਵਰ, ਬੜੀਆਂ ਰਿਪੋਰਟਾਂ ਜੀ 1000 ਦੇ ਪਿੱਛੇ 1 ਚਾਹੀਦਾ, 1000 ਦੇ ਪਿੱਛੇ ਤਾਂ 1 ਕਰਨਾ ਹੋਵੇ ਨਾ, ਅਸੀਂ 100 ਸਾਲ ਲੱਗੇ ਰਹਾਂਗੇ, ਉਹਨੇ ਡਾਕਟਰ ਹੋ ਨਹੀਂ ਸਕਦੇ। ਅੱਜ ਪੰਜਾਬ ਦੇ ਵਿੱਚ, ਹਿੰਦੁਸਤਾਨ 'ਚ 460 ਕਾਲਜ ਨੇ, ਉਹਨਾਂ ਦੀ 64,000 ਡਾਕਟਰ ਪੈਦਾ ਕਰਨ ਦੀ ਕੈਪੈਸਿਟੀ ਹੈਗੀ। MBBS ਕੱਢੇ, MBBS ਵਾਲੇ ਮੈਂ ਕਹਿੰਦਾ 24 ਨਵੇਂ ਕਾਲਜ ਅਨਾਉਂਸ ਕੀਤੇ, ਤੇ ਜਿਹੜੇ 24 ਨਵੇਂ ਅਨਾਉਂਸ ਹੋ ਗਏ ਉਹਨਾਂ ਦਾ ਹੋਰ ਵੱਧ ਜੂਗੀ, 100 ਵੀ ਹੋਵੇ ਜੀ। ਇਦੋਂ ਅੱਗੇ 250 ਕਾਲਜ ਆਯੁਰਵੇਦ ਦਾ ਹੈ, ਜਿਹੜਾ ਇਹ ਕਹਿੰਦੇ ਨੇ ਉਹ ਇਹ ਕੀ ਕਰ ਰਹੇ ਨੇ ਵੀ ਆਪ ਤਾਂ 5 ਸਟਾਰ ਹੋਟਲ 'ਚ ਟ੍ਰੀਟਮੈਂਟ ਲਓ, ਬਾਕੀ ਲੋਕਾਂ ਨੂੰ ਦੇ ਦਿਓ। ਡਾਕਟਰ ਪ੍ਰਿੰਜਾ, ਜਿਹੜੀਆਂ ਚੀਜ਼ਾਂ ਲਿਆਂਦੀਆਂ ਜਾ ਰਹੀਆਂ ਨੇ ਕਿ ਅਸੀਂ ਜੀ ਜ਼ਿਆਦਾ ਇਨਸੈਂਟਿਵ ਦੇਵਾਂਗੇ ਡਾਕਟਰਸ ਨੂੰ, ਕਿਉਂਕਿ ਸਪੈਸ਼ਲਿਸਟ ਡਾਕਟਰਸ ਰੂਰਲ ਏਰੀਆਜ਼ ਵਿੱਚ ਕੰਮ ਨਹੀਂ ਕਰਦੇ, ਤਾਂ ਕਿ ਉੱਥੇ ਜਾ ਕੇ ਕੰਮ ਕਰ ਸਕਣ। ਵਿਨੋਦ ਕੁਮਾਰ ਪਾਲ ਇੱਕ ਗੱਲ ਇਹ ਵੀ ਕਹਿ ਰਹੇ ਸਨ ਕਿ ਬਹੁਤ ਸਾਰਾ ਜਿਹੜਾ ਸਾਡਾ ਪੈਰਾਮੈਡੀਕਲ ਸਟਾਫ ਹੈ, ਜਿਹਦਾ ਬਹੁਤ ਲੰਬਾ ਚੌੜਾ ਐਕਸਪੀਰੀਅੰਸ ਰਹਿੰਦਾ ਸਪੈਸ਼ਲਿਸਟ ਦੇ ਨਾਲ ਕੰਮ ਕਰਕੇ, ਉਹਨਾਂ ਨੂੰ ਯੂਟੀਲਾਈਜ਼ ਕੀਤਾ ਜਾਵੇਗਾ ਜਦੋਂ ਤੱਕ ਸਾਡੇ ਕੋਲ ਉਸ ਕਿਸਮ ਦੀ ਵਰਕਫੋਰਸ ਨਹੀਂ ਆਉਂਦੀ। ਸੋ ਇਸ ਕਿਸਮ ਦੀਆਂ ਚੀਜ਼ਾਂ ਦੇ ਨਾਲ ਸਕੀਮ ਨੂੰ ਚਲਦਿਆਂ ਕੀਤਾ ਜਾ ਸਕਦਾ ਹੈ, ਐਂਡ ਗ੍ਰੈਜੂਅਲੀ
ਜਿਵੇਂ ਜਿਵੇਂ ਸਕੀਮ ਚੱਲਦੀ ਹੈ ਕਰੈਕਟਿਵਸ ਅਪਲਾਈ ਕੀਤੇ ਜਾ ਸਕਦੇ ਨੇ। ਇਟ ਇਜ਼ ਵਰਕੇਬਲ ਇਫ ਦਾ ਗਵਰਨਮੈਂਟ ਵਾਂਟਸ। ਬਿਲਕੁਲ ਜੀ, ਇਦਾਂ ਹੈ ਕਿ ਬੜੇ ਦੇਸ਼ਾਂ 'ਚ ਇਦਾਂ ਹੈ ਕਿ ਜਿਹੜੇ ਉਹਨਾਂ ਦੇ ਹੈਲਥ ਸਿਸਟਮ ਹੈਗੇ ਨੇ ਉਹ ਡਾਕਟਰ ਲੈਡ ਨਹੀਂ ਹੈਗੇ ਨੇ, ਉਹ ਨਰਸ ਲੈਡ ਹੈਲਥ ਸਿਸਟਮਸ ਹੈਗੇ ਨੇ। ਮਤਲਬ ਤੁਸੀਂ ਜਿਹੜੀ ਤੁਹਾਡਾ ਫਰਸਟ ਪੁਆਇੰਟ ਆਫ ਕੰਟੈਕਟ ਜਿਹੜਾ ਪੈਰਾਮੈਡੀਕਲ ਹੁੰਦਾ, ਉਹ ਪੈਰਾਮੈਡਿਕ ਹੋਏਗਾ, ਉਹ ਨਰਸ ਹੋਏਗੀ। ਬਟ ਇਹ ਜ਼ਰੂਰ ਗੱਲ ਹੈਗੀ ਹੈ ਕਿ ਉਹ ਨਰਸ ਦੀ ਵੀ ਕੁਆਲਿਟੀ ਐਕ੍ਰੈਡੀਟੇਸ਼ਨ ਹੋਣੀ ਚਾਹੀਦੀ ਹੈ। ਐਦਾਂ ਨਹੀਂ ਕਿ ਉਹ ਨਰਸ ਕੋਈ ਵੀ ਹੋ ਸਕਦੀ ਹੈ। ਬਟ ਗਵਰਨਮੈਂਟ ਮੇਰੇ ਖਿਆਲ ਨਾਲ ਇਹਦਾ ਪਲਾਨ ਕਰ ਰਹੀ ਹੈ ਕਿ ਕੁਝ ਐਕ੍ਰੈਡੀਟੇਸ਼ਨ ਕੋਰਸਸ ਦੇ ਪਲਾਨ ਹੋ ਰਹੇ ਨੇ, ਤੇ ਜਿਹੜੇ ਇਹੋ ਜਿਹੇ ਅਲਾਈਡ ਹੈਲਥ ਪ੍ਰੋਫੈਸ਼ਨਲਸ ਹੋਣਗੇ ਉਹਨਾਂ ਨੂੰ ਕੁਝ ਇੱਕ ਇਗਨੂ ਦਾ ਕੋਰਸ ਮੋਡਿਊਲ ਤਿਆਰ ਹੋ ਰਿਹਾ ਹੈ, ਉਹ ਇਗਨੂ ਦਾ ਕੋਰਸ ਔਰ ਸਰਟੀਫਿਕੇਸ਼ਨ ਕਰਕੇ ਉਸ ਤੋਂ ਬਾਅਦ ਉਹ ਜਿਹੜੀ MCI ਵਗੈਰਾ ਹੁਣ ਹੋ ਰਹੀ ਹੈ ਥੋੜਾ ਜਿਹਾ ਖਤਮ ਕਰ ਰਹੇ ਨੇ, ਉਹ ਖਤਮ ਕਰ ਡੀਰੈਗੂਲੇਟ ਕਰ ਰਹੇ ਨੇ ਮੈਡੀਸਨ। ਇਹਨੂੰ ਆ ਰਿਹਾ ਨਾ ਕਿਹੜਾ ਨੈਸ਼ਨਲ ਮੈਡੀਕਲ ਕਮਿਸ਼ਨ ਬਣਾ ਰਿਹਾ, ਉਹ ਬਿਲਕੁਲ ਡੀਰੈਗੂਲੇਟ ਕਰ ਰਹੇ ਨੇ। ਉਹ ਕਹਿੰਦੇ ਜਿੰਨੀਆਂ ਮਰਜ਼ੀ ਸੀਟਾਂ ਤੇ ਦਾਖਲਾ ਕਰ ਲਓ, ਤੁਹਾਡੀ ਕੋਈ ਇਨਸਪੈਕਸ਼ਨ ਨਹੀਂ ਕਰਨਗੇ, ਜਿਹੜੇ ਮਰਜ਼ੀ ਪੋਸਟ ਤੇ ਬਹੁਤ ਸਾਰੇ ਇਤਰਾਜ਼ ਆਏ ਨੇ। ਨਾਰਮਲ ਪੰਜਾਬ ਦੇ ਮਿਸਟਰ ਇਬਰਾਹਿਮ ਮਹਿੰਦਰਾ ਦਾ ਬੜਾ ਸਖਤ ਇਤਰਾਜ਼ ਮੇਰੇ ਕੋਲ ਪਿਆ ਸਾਰਾ, ਮੈਂ ਕੁਆਲਿਟੀ ਆਫ ਐਜੂਕੇਸ਼ਨ ਜਾ ਰਹੀ ਨੀਚੇ, ਟੈਕਨੀਕਲੀ ਲਿਖਿਆ ਅੱਛਾ ਪਹਿਲਾਂ ਵੀ ਬਹੁਤ ਵਧੀਆ ਨਹੀਂ ਸੀ ਜੀ। MCI ਦਾ ਵੀ ਰਿਜ਼ਲਟ ਵੀ ਬਹੁਤ ਚੰਗਾ ਨਹੀਂ ਸੀ, ਪਰ MCI ਦੇ ਨਾਲੋਂ ਹੁਣ MCI ਚ 2011 ਤੋਂ ਇਹਨਾਂ ਨੇ ਉਹੀ ਕਮਿਸ਼ਨ ਜਿਹਾ ਬਣਾ ਕੇ MCI ਦੀ ਬਦਨਾਮੀ ਕਰਕੇ, ਨੋ ਡਾਊਟ ਉਹ ਬੜੇ ਨੁਕਸਾਨ। ਡਾਕਟਰ ਮਨਮੀਤ ਕੌਰ, ਜੇ ਉਹ ਕਲੀਨਿਕਲ ਐਸਟੈਬਲਿਸ਼ਮੈਂਟ ਐਕਟ ਆ ਜਾਂਦਾ ਜਿਹੜਾ 2010 ਤੋਂ ਲੈ ਕੇ ਬੈਠੀਆਂ ਨੇ ਸਰਕਾਰਾਂ, ਵੱਖ ਕੁਝ ਸਟੇਟਸ ਨੇ ਕੀਤਾ ਵੀ ਹੈ ਲਾਗੂ ਉਹਨੂੰ, ਤਾਂ ਉਹਦੇ ਵਿੱਚ ਘੱਟੋ ਘੱਟ ਇਹ ਸਾਰੀਆਂ ਚੀਜ਼ਾਂ ਸਟੈਂਡਰਡਾਈਜ਼ ਹੋ ਜਾਂਦੀਆਂ ਕਿ ਹਸਪਤਾਲ ਦੇ ਵਿੱਚ ਕੀ ਅਵੇਲੇਬਲ ਹੈ, ਕਿਸ ਪ੍ਰਾਈਸ ਤੇ ਅਵੇਲੇਬਲ ਹੈ, ਡਾਕਟਰਸ ਕਿਸ ਕਿਸਮ ਦੇ ਨੇ, ਡਿਵਾਈਸਿਸ ਕਿਸ ਕਿਸਮ ਦੇ, ਸਰਵਿਸਿਜ਼ ਕਿਹੜੀਆਂ ਅਵੇਲੇਬਲ ਹੈ। ਬਿਲਕੁਲ, ਅਸੀਂ ਉਹਨੂੰ ਤਾਂ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ ਨਾ ਹੁਣ। ਮਤਲਬ ਠੀਕ ਹੈ ਕਰਦੇ ਆ, ਬੜਾ ਸੁਪਰਫਲੂਅਸ ਜਿਹਾ ਐਫਰਟ ਹੁੰਦਾ, ਕੋਈ ਮਤਲਬ ਜ਼ੋਰ ਦੇ ਕੇ। ਵੈਸੇ ਜਿਹੜੀ ਆਪਾਂ ਸਾਰੀ ਬਹਿਸ ਕਰ ਰਹੇ ਹਾਂ, ਡਾਕਟਰ ਸਾਹਿਬ ਯੂ ਔਨ ਦਾ ਪੈਨਲ ਆਰ ਹੈਲਥ ਇਕਨੋਮਿਸਟ, ਇਹ ਸਾਡੇ ਕੋਲ ਐਡੂਕੇਟ ਮਾਤਰਾ ਚ ਹੈਲਥ ਇਕਨੋਮਿਸਟ ਹੈਗੇ ਨੇ ਹਿੰਦੁਸਤਾਨ ਦੇ ਵਿੱਚ? ਨਾ ਹੈਲਥ ਪ੍ਰੋਮੋਸ਼ਨ ਵਾਲੇ ਨਾ, ਹੈਲਥ ਪਾਲਿਸੀ ਦੇ ਵਿੱਚ ਇਸ ਗੱਲ ਦਾ ਬੜਾ ਜ਼ਿਕਰ ਸੀਗਾ ਉਸ ਵੇਲੇ ਸਾਰੀ ਬਹਿਸ ਦੇ ਦੌਰਾਨ। ਬਿਲਕੁਲ ਐਕਚੁਅਲੀ ਕਾਫੀ ਘੱਟ ਹੈਗੇ ਨੇ ਇਸ ਵੇਲੇ, ਤੇ ਜਿਹੜੇ ਐਕਚੁਅਲੀ ਕਾਫੀ ਮੇਨ ਸਟ੍ਰੀਮ ਇਕਨੋਮਿਸਟਸ ਹੈਗੇ ਨੇ ਉਹ, ਲੇਕਿਨ ਉਹਨਾਂ ਦਾ ਇੰਟਰਸਟ ਹੈਲਥ 'ਚ ਕੰਮ ਕਰਨ ਦਾ ਰਿਲੇਟਿਵਲੀ ਕਮ ਹੈ, ਬਿਕੋਜ਼ ਜਿਹੜੇ ਬਿਗਰ ਇਸ਼ੂਜ਼ ਹੈਗੇ ਨੇ ਉਹ ਜ਼ਿਆਦਾ ਹੈ। ਉਹ ਤੁਸੀਂ ਦੇਖੋ ਨਾ, ਜੇ ਤੁਸੀਂ ਹੈਲਥ 'ਚ ਪੈਸਾ ਜਦ ਲਗਾਓਗੇ ਤੇ ਇਕਨੋਮਿਸਟ ਦਾ ਵੀ ਇੰਟਰਸਟ ਆਏਗਾ ਨਾ ਹੈਲਥ 'ਚ ਕੰਮ ਕਰਨ ਦਾ। ਜੇ ਪੈਸਾ ਹੀ ਹੈਲਥ 'ਚ ਘੱਟ ਹੋਏਗਾ ਤੇ ਇਕਨੋਮਿਸਟ ਦਾ ਵੀ ਇੰਟਰਸਟ ਘੱਟ ਹੀ ਹੋਊਗਾ, ਤੇ ਤਾਂ ਕਰਕੇ ਹੈਗਾ। ਬਟ ਗ੍ਰੈਜੂਅਲੀ ਓਵਰ ਅ ਪੀਰੀਅਡ ਆਫ ਟਾਈਮ ਥੋੜਾ ਜਿਹਾ ਕੈਪੈਸਿਟੀ ਬਿਲਡ ਹੋ ਰਹੀ ਹੈ। ਬੜੀ ਇੱਕ ਛੋਟੀ ਜਿਹੀ ਚੀਜ਼ ਐਡ ਕਰਨਾ ਚਾਹਾਂਗੇ, ਨੇ ਬੜਾ ਜ਼ੋਰ ਲਾਇਆ ਹੈ ਸਾਰੀ ਸਕੀਮ ਵੀ ਵਿਨੋਦ ਕੁਮਾਰ ਪੌਲ ਹੋਰਾਂ ਦੇ ਨਾਲ ਰਲ ਕੇ ਵਰਲਡ ਬੈਂਕ ਦੇ ਹੀ ਐਕਸਪਰਟਸ ਬਣਾ ਰਹੇ ਸਨ, ਪਿਛਲੇ 2 ਸਾਲ ਤੋਂ ਇਹ ਕੰਮ ਚੱਲ ਰਿਹਾ ਸੀ। ਚੀਜ਼ ਐਡ ਕਰਨਾ ਚਾਹਾਂਗੇ ਕਿ ਅਸੀਂ ਵੈਲਨੈਸ ਸੈਂਟਰ ਬਣਾ ਰਹੇ ਹਾਂ, ਪਰ ਜੇ ਤੁਸੀਂ ਪੁੱਛੋ ਹੈਲਥ ਪ੍ਰੋਮੋਸ਼ਨ ਨਾਲ ਵੈਲਨੈਸ ਸੈਂਟਰ ਬਹੁਤ ਜੁੜਿਆ ਹੋਇਆ ਤੇ ਹੈਲਥ ਪ੍ਰੋਮੋਸ਼ਨ ਦਾ ਇਸ ਵੇਲੇ ਹਾਲ ਕੀ ਹੈ, ਸ਼ਾਇਦ ਕੋਈ ਨਾਮ ਹੀ ਨਹੀਂ ਲੈਣਾ ਚਾਹੁੰਦਾ। ਮਤਲਬ ਪਤਾ ਹੀ ਨਹੀਂ ਹੈ ਕਿਸੇ ਨੂੰ ਇਹ ਹੁੰਦਾ ਕੀ ਹੈ। ਪ੍ਰੋਬੇਬਲੀ ਪੂਰੇ ਇੰਡੀਆ ਦੇ ਵਿੱਚ ਸਿਰਫ 4 ਯੂਨੀਵਰਸਿਟੀਆਂ ਜਿੱਥੇ ਤੁਹਾਨੂੰ 4 ਲੋਕ ਮਿਲਣਗੇ। ਠੀਕ ਹੈ, ਤਾਂ ਤੁਸੀਂ ਵੈਲਨੈਸ ਸੈਂਟਰ ਦੀ ਗੱਲ ਕਰੋ, ਇਹ ਮੈਨੂੰ ਬਹੁਤ ਸੇ ਦੈਟ ਅਗੇਨ ਪਲੀਜ਼ ਕਿ ਤੁਸੀਂ ਹੈਲਥ ਪ੍ਰੋਮੋਸ਼ਨ ਬਾਰੇ ਪੂਰੇ ਹਿੰਦੁਸਤਾਨ ਦੇ ਵਿੱਚ ਸਿਰਫ 4 ਤੁਹਾਨੂੰ ਪ੍ਰੋਫੈਸਰਸ ਮਿਲਣਗੇ ਜਿਹੜੇ ਪੜ੍ਹਾ ਰਹੇ ਆ ਕਿਸੇ ਤਰੀਕੇ ਨਾਲ ਕਿਤੇ। ਠੀਕ ਹੈ, 2 ਪ੍ਰਾਈਵੇਟ ਜਿੱਥੋਂ ਗੱਲ ਸ਼ੁਰੂ ਹੋਣੀ ਚਾਹੀਦੀ ਸੀ, ਜਿੱਥੋਂ ਗੱਲ ਸ਼ੁਰੂ ਹੋਣੀ ਚਾਹੀਦੀ। ਜੇ ਤੁਸੀਂ ਵੈਲਨੈਸ ਸੈਂਟਰ ਦੀ ਗੱਲ ਕਰਨੀ ਹੈ, ਜੇ ਪ੍ਰੀਵੈਂਸ਼ਨ ਦੀ ਗੱਲ ਕਰਨੀ ਹੈ, ਜੇ ਪ੍ਰੋਮੋਸ਼ਨ ਦੀ ਗੱਲ ਕਰਨੀ ਹੈ, ਤੇ ਤੁਹਾਨੂੰ ਮਤਲਬ ਹੈਲਥ ਪ੍ਰੋਮੋਸ਼ਨ ਵਾਲੇ ਬੰਦੇ ਬਹੁਤ ਚਾਹੀਦੇ ਆ, ਔਰ ਉਹਦੇ ਵਿੱਚ ਤੁਹਾਨੂੰ ਸਾਰੇ ਡਾਕਟਰਸ ਨਹੀਂ ਚਾਹੀਦੇ। ਠੀਕ ਹੈ, ਆਫ ਕੋਰਸ ਮਤਲਬ ਡਾਕਟਰਸ ਦੇ ਨਾਲ ਮਿਲ ਕੇ ਜਦੋਂ ਸੋਸ਼ਲ ਸਾਇੰਟਿਸਟ ਕੰਮ ਕਰਨਗੇ ਉਦੋਂ ਹੀ ਅੱਗੇ ਚੱਲੇਗੀ ਗੱਲ, ਪਰ ਤੁਸੀਂ ਉਹਨਾਂ ਨੂੰ ਮਤਲਬ ਰੈਕਗਨਾਈਜ਼ ਹੀ ਨਹੀਂ ਹਾਲੇ ਕਰ ਰਹੇ, ਉਹ ਤੁਹਾਡੇ ਕਿਧਰ ਰਾਡਾਰ ਤੇ ਕਿਤੇ ਹੈ ਹੀ ਨਹੀਂ, ਤੇ ਤੁਸੀਂ ਵੈਲਨੈਸ ਸੈਂਟਰ ਦਾ ਕਰੋਗੇ ਕੀ? ਨੋ ਵੰਡਰ ਹੈ। ਮੇਰੇ ਕੋਲ ਨੈਸ਼ਨਲ ਸੈਂਪਲ ਸਰਵੇ ਦੀਆਂ ਵੀ ਜਿਹੜੀਆਂ ਸਟੱਡੀਜ਼ ਨੇ ਆਊਟ ਆਫ ਪਾਕਟ ਐਕਸਪੈਂਡੀਚਰ ਦੀਆਂ, ਉਹਦੇ ਵਿੱਚ ਵੀ ਬਹੁਤ ਵਾਰੀ ਇਹ ਗੱਲ ਸਾਹਮਣੇ ਆਈ ਹੈ ਕਿ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਤੇ ਇਸ ਚੱਕਰ ਦੇ ਵਿੱਚ ਹੀ ਉਹ ਪੈਸਾ ਵਹਾਉਂਦੇ ਰਹਿੰਦੇ ਨੇ। ਇਹ ਜਿਹੜੀ ਸੁੰਦਰਮਨ ਐਂਡ ਮੁਰਲੀਧਰਨ ਵਾਲੀ ਸਟੱਡੀ NSS ਡਾਟਾ ਦੀ 2014 ਦੀ, ਇਹ ਕਹਿ ਰਿਹਾ ਕਿ ਕੇਵਲ 1% ਤੋਂ ਕੁਝ ਜ਼ਿਆਦਾ 2% ਜਿਹੜੇ ਹਸਪੀਟਲਾਈਜੇਸ਼ਨ ਕੇਸਿਸ ਰੂਰਲ ਪੋਪੂਲੇਸ਼ਨ ਦੇ, 6% ਅਰਬਨ ਪੋਪੂਲੇਸ਼ਨ ਦੇ, ਉਹਦੇ ਵਿੱਚ ਉਹ ਜਾਣਕਾਰੀ ਦੇ ਅਭਾਵ ਕਾਰਨ ਕੇਵਲ ਬਾਕੀ ਦੇ ਲੋਕ ਜਿਹੜੇ ਆ ਉਹ ਰੀਇੰਬਰਸਮੈਂਟ ਹੀ ਨਹੀਂ ਲੈ ਪਾਏ। ਇਹ ਤਾਂ ਹੈਲਥ ਪ੍ਰੋਮੋਸ਼ਨ ਦੀ ਗੱਲ ਕਰਦੇ ਨੇ ਜਿੱਥੇ ਡਾਇਰੈਕਟ ਪੈਸਾ ਇਨਵੋਲਵ ਹੈ, ਇਹ ਵੀ ਉਹਦਾ ਹਿੱਸਾ ਹੈ ਕਿ ਉਹ ਪੈਸਾ ਮਿਲਣਾ ਕਿਵੇਂ। ਤੁਸੀਂ ਇੰਜ ਕਰੋ, RSBY ਦੇ ਅੰਡਰ ਕੁਝ ਪ੍ਰੋਵੀਜ਼ਨਸ ਆਲਰੇਡੀ ਹੈਗੀਆਂ ਨੇ। ਆ ਚੰਡੀਗੜ੍ਹ ਡਿਊਟੀ ਹੈ, ਕੋਈ ਪੋਲੀਟੀਕਲ ਇੰਟਰਫੀਰੈਂਸ ਨਹੀਂ, ਜੇ ਚਾਹਣਗੇ ਵੀ ਹੋ ਜੇ। ਇੱਥੋਂ ਜਾ ਕੇ ਜਿਹੜੀ ਮਰਜ਼ੀ ਕਲੋਨੀ ਤੋਂ ਪੁੱਛ ਲਓ, ਤੈਨੂੰ ਪਤਾ ਕਿ RSBY ਤੇਰਾ ਕੋਈ ਬਣਿਆ ਕਾਰਡ, ਤੈਨੂੰ ਕਿਸੇ ਨੇ ਦਿੱਤਾ? ਜੇ ਚੰਡੀਗੜ੍ਹ ਜਿਹੜਾ ਇੰਨਾ ਅਵੇਅਰ ਸਿਟੀ ਕਿਹਾ ਜਾਂਦਾ ਹੈ, ਜਿੱਥੇ ਐਡਾ ਵੱਡਾ ਖਰਚਾ ਹੋ ਰਿਹਾ ਹੈ, ਉੱਥੇ ਤੁਸੀਂ RSBY ਨਹੀਂ ਲਾਗੂ ਕਰ ਸਕੇ। ਚੰਡੀਗੜ੍ਹ ਡਿਊਟੀ ਹੈ, ਉਹਦੇ ਵਿੱਚ ਜਿਹੜਾ ਤੁਸੀਂ ਕਲੀਨਿਕਲ ਐਸਟੈਬਲਿਸ਼ਮੈਂਟ ਐਕਟ ਕਹਿੰਦੇ ਹੋ 2010 ਦਾ, ਉਹ ਆਲਰੇਡੀ ਲਾਗੂ ਹੈ। ਇੱਥੇ ਕਿੰਨਾ ਕੁ ਸੁਧਾਰ ਹੋ ਗਿਆ ਇਹ ਦੇਖ ਲਓ। ਸੋ ਜੇ ਤੁਸੀਂ ਇਕੱਲੇ ਕਾਨੂੰਨ ਬਣਾਈ ਜਾਓਗੇ, ਡੰਡਾ ਫੇਰੀ ਜਾਓਗੇ, ਇਹਦਾ ਮਸਲਾ ਨਹੀਂ ਹੱਲ ਹੋਣਾ। ਮਸਲਾ ਹੱਲ ਹੋਣਾ ਹੈ ਕਿ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਮਾਸਸ ਨੂੰ ਇਨਵੋਲਵ ਕਰੋ। ਮੈਂ ਤੇ ਸਰਕਾਰ ਦਾ ਕੇਸ ਲੜਨ ਦੀ ਬੜੀ ਕੋਸ਼ਿਸ਼ ਕੀਤੀ ਹੈ, ਕੇਂਦਰ ਸਰਕਾਰ ਦਾ ਵੀ ਤੇ ਪੰਜਾਬ ਸਰਕਾਰ ਦਾ ਵੀ, ਪਰ ਜਿਹੜਾ ਤੁਸੀਂ ਖਾਕਾ ਖਿੱਚਿਆ ਨਾ, ਇੱਥੋਂ ਇੱਕ ਗੱਲ ਕਲੀਅਰ ਹੈ ਵੀ ਇਹ ਬਜਟ ਇਹਦੇ ਬਾਰੇ ਨਹੀਂ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਸਰਕਾਰੀ ਫੰਡਡ ਰਾਸ਼ਟਰੀ ਹੈਲਥ ਪਲਾਨ ਜਿਹੜਾ ਇਹ ਕੋਈ ਅਨਾਉਂਸ ਹੋਇਆ। ਰੈਦਰ ਇਸ ਬਜਟ ਨੂੰ ਤੇ ਇਹਦੇ ਤੋਂ ਜਿਹੜੀ ਬਹਿਸ ਸ਼ੁਰੂ ਹੋਈ ਹੈ, ਇਹਨੂੰ ਇਸ ਰੋਸ਼ਨੀ 'ਚ ਦੇਖਣਾ ਚਾਹੀਦਾ ਕਿ ਅਸੀਂ ਇੱਕ ਇਹੋ ਜਿਹਾ ਦੇਸ਼ ਹਾਂ ਜਿਹਦੇ ਕੋਲ
ਦੁਨੀਆ ਦੀਆਂ ਸਭ ਤੋਂ ਜ਼ਿਆਦਾ ਨੰਬਰ ਬੱਚਿਆਂ ਦੀ ਤੇ ਮੈਟਰਨਲ ਡੈਥਸ ਦਾ, ਮਾਂ ਤੇ ਬੱਚਾ, ਜੱਚਾ ਬੱਚਾ ਦੀਆਂ ਡੈਥਸ ਦਾ, ਤੇ ਉਹਨਾਂ ਕੰਟਰੀਜ਼ ਦੇ ਵਿੱਚੋਂ ਆ ਜਿਹੜਾ ਆਪਣੇ ਨਾਗਰਿਕਾਂ ਦੀ ਸਿਹਤ ਦੇ ਉੱਤੇ ਸਭ ਤੋਂ ਘੱਟ ਪੈਸਾ ਖਰਚ ਅਸੀਂ ਕਰਦੇ ਹਾਂ। ਕਿਸੇ ਵੀ, ਚਾਹੇ ਉਹ ਬ੍ਰਿਕਸ ਹੋਵੇ, ਅਸੀਂ ਤਾਂ ਬੜੀਆਂ ਵੱਡੀਆਂ ਗੱਲਾਂ ਕਰਦੇ ਹਾਂ ਬ੍ਰਿਕਸ ਦੇ ਨਾਲ ਤੇ ਦੁਨੀਆ ਦੇ ਵਿੱਚ ਸੁਪਰ ਪਾਵਰ ਹੋਣ ਦੇ ਨਾਲ, ਈਵਨ ਜਿਹੜੀਆਂ ਮਿਡ ਇਨਕਮ ਕੰਟਰੀਜ਼ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਘੱਟ ਪੈਸਾ ਟੋਟਲ GDP ਦਾ 1.2%, 1.3% ਦੇ ਆਸ-ਪਾਸ ਅਸੀਂ ਖਰਚ ਕਰਦੇ ਹਾਂ। ਵਾਅਦਾ ਲਿਖ ਕੇ ਤੁਹਾਡੇ ਨਾਲ ਸਰਕਾਰ ਨੇ ਇਹ ਕੀਤਾ ਹੈ, ਨੈਸ਼ਨਲ ਹੈਲਥ ਪਾਲਿਸੀ 2017 ਵਿੱਚ, ਜਦੋਂ ਦਾ ਹਿੰਦੁਸਤਾਨ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਇਹ ਤੀਜੀ ਹੈਲਥ ਪਾਲਿਸੀ ਹੈ, ਇਹ ਪਿਛਲੇ ਹੀ ਸਾਲ ਆਈ ਸੀ। ਇਹ ਕਿਹਾ ਗਿਆ ਕਿ ਸਨ 2025 ਤੱਕ ਤੁਹਾਡੇ ਨਾਲ ਵਾਅਦਾ ਸਰਕਾਰ ਦਾ ਲਿਖ ਕੇ ਕਿ 2.5% GDP ਦਾ ਖਰਚ ਕਰਿਆ ਕਰਾਂਗੇ। ਤੇ ਡਾਕਟਰ ਸਾਹਿਬ ਕਹਿ ਰਹੇ ਨੇ ਜਦੋਂ ਤੱਕ 5% ਤੋਂ 6% ਤੱਕ ਨਹੀਂ ਹੁੰਦਾ ਉਦੋਂ ਤੱਕ ਯੂਨੀਵਰਸਲ ਹੈਲਥ ਕਵਰੇਜ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਇਸ ਸਭ ਦੇ ਵਿੱਚ ਤੁਸੀਂ ਇਸ ਕਿਸਮ ਦੀ ਜੁਮਲੇਬਾਜ਼ੀ ਚੋਂ ਕਿੰਨੀਆਂ ਕੁ ਵੋਟਾਂ ਕੱਢ ਕੇ ਸਰਕਾਰ ਨੂੰ ਪਾਵੋਗੇ ਤੇ ਉਹਦੀ ਕਿੰਨੀ ਕੁ ਤਨਕੀਦ ਕਰੋਗੇ, ਇਹ ਤਾਂ ਮੈਂ ਨਹੀਂ ਜਾਣਦਾ, ਪਰ ਇੰਨਾ ਜ਼ਰੂਰ ਜਾਣਦਾ ਕਿ ਜੇ ਅੱਜ ਆਪਾਂ ਕਰਪਸ਼ਨ ਬਾਰੇ ਉਹ ਗੱਲਾਂ ਕਰਦੇ, ਹਵਾਈ ਜਹਾਜ਼ਾਂ ਦੀ ਖਰੀਦ ਬਾਰੇ, ਰਾਹੁਲ ਗਾਂਧੀ ਬਾਰੇ ਤੇ ਪ੍ਰਧਾਨ ਮੰਤਰੀ ਮੋਦੀ ਬਾਰੇ, ਤਾਂ ਫਿਰ ਲੁਤਫ ਸ਼ਾਇਦ ਜ਼ਿਆਦਾ ਆਉਂਦਾ, ਫਾਇਦਾ ਸ਼ਾਇਦ ਅੱਜ ਵਾਲੇ ਡਿਬੇਟ ਦਾ ਜ਼ਿਆਦਾ ਹੋਵੇਗਾ। ਅੱਜ ਲਈ ਇੰਨਾ ਹੀ, ਧੰਨਵਾਦ ਤੇ ਰੱਬ ਰੱਖਾ।